ਅੱਜ ਦੀ ਇਹ ਖਬਰ ਸਿਰਫ ਖਬਰ ਨਹੀਂ, ਇੱਕ ਮਿਸਾਲ ਹੈ ਦੱਸਣ ਦੇ ਲਈ ਕਿ ਆਖਰ ਕੁੱਤੀ ਕਿਸ ਹੱਦ ਤੱਕ ਚੋਰਾਂ ਦੇ ਨਾਲ ਰਲੀ ਹੋਈ ਹੈ। ਬੜਾ ਮਾਮਲਾ, ਕਦੇ ਪੱਤਰਕਾਰ ਤੇ ਹਮਲਾ, ਕਦੇ ਐਮਸੀ ਅਧਿਕਾਰੀਆਂ ਨੂੰ ਬੰਦਕ ਬਣਾਉਣਾ, ਉਹਨਾਂ ਦਾ ਸਮਾਨ ਸਰਕਾਰੀ ਰਿਕਾਰਡ ਚੋਰੀ ਕਰਨਾ, ਗੱਡੀ ਨੂੰ ਵੀ ਬੰਦਕ ਬਣਾਉਣਾ। ਮਾਮਲਾ ਕੀ ਹੈ, ਕੌਣ ਲੋਕ ਨੇ ਤੇ ਪ੍ਰੋਜੈਕਟ ਕਿਹੜਾ ਸੀ ਜਿੱਥੇ ਸਾਰਾ ਕੁਝ ਹੋਇਆ। ਉਹਨਾਂ ਨੇ ਬੈਕ ਡੇਟਡ ਤੇ ਐਗਰੀਮੈਂਟ ਫੋਰਜ ਕੀਤੇ ਤੇ ਉਹ ਫੋਰਜ ਡਾਕੂਮੈਂਟਸ ਦੇ ਆਧਾਰ ਤੇ ਉਹਨਾਂ ਨੇ ਰੈਗੂਲਰਾਈਜੇਸ਼ਨ ਦਾ ਸਰਟੀਫਿਕੇਟ ਲੈ ਲਿਆ। ਸੋ ਉਹ ਡੇਟ ਤੋਂ ਬਾਅਦ ਅਸੀਂ ਆਰਟੀਆਈ ਦੇ ਵਿੱਚ ਪਤਾ ਕਰਵਾਇਆ, ਜਿਸ ਦਿਨ ਦੇ ਉਹ ਐਗਰੀਮੈਂਟਸ ਦਿਖਾ ਰਹੇ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ, ਰੈਗੂਲਰਾਈਜੇਸ਼ਨ ਸਰਟੀਫਿਕੇਟ ਦੀ ਐਪਲੀਕੇਸ਼ਨ ਦੇ ਵਿੱਚ ਜਿਹੜੇ ਉਹਨਾਂ ਨੇ ਐਗਰੀਮੈਂਟਸ ਲਗਾਏ ਨੇ, ਜਿਹੜੀ ਡੇਟ ਦੇ ਨੇ ਉਸ ਤੋਂ 1 ਸਾਲ ਬਾਅਦ ਤੋਂ ਸਟੈਂਪ ਪੇਪਰਸ ਇਸ਼ੂ ਕੀਤੇ ਗਏ ਨੇ। ਟ੍ਰੈਜਰੀ ਦੀ ਰਿਪੋਰਟ ਹੈ ਕਿ ਬਕਾਇਦਾ ਇਸ ਦਿਨ ਤੇ ਆਰਟੀਆਈ ਦੇ ਵਿੱਚ ਕਿ ਇਸ ਦਿਨ ਤੇ ਤਾਂ ਸਟੈਂਪ ਪੇਪਰ ਇਸ਼ੂ ਹੋਏ ਨੇ। ਤਾਂ ਫਿਰ ਕੁਐਸਚਨ ਆਉਂਦਾ ਕਿ ਜਦ ਇਹ ਸਟੈਂਪ ਪੇਪਰ ਉਸ ਤੋਂ 1 ਸਾਲ ਬਾਅਦ ਇਸ਼ੂ ਹੋਏ ਨੇ ਤਾਂ 1 ਸਾਲ ਪਹਿਲਾਂ ਉਸ ਤੇ ਐਗਰੀਮੈਂਟ ਕਿਵੇਂ ਹੋ ਗਿਆ? ਇਹ ਸਟਾਂਪ AF 279195 ਸਟਾਂਪ ਸ਼੍ਰੀ ਇਸ਼ਾਨ ਠਾਕੁਰ ਸਟਾਂਪ ਫਰੋਸ਼ ਨੂੰ ਮਿਤੀ 22/2/2019 ਨੂੰ ਅਤੇ ਸਟਾਂਪ AF 259573 AF 259572 50 ਰੁਪਏ। ਇਹ ਸਟਾਂਪ ਸ਼੍ਰੀ ਇਸ਼ਾਨ ਠਾਕੁਰ ਸਟਾਂਪ ਫਰੋਸ਼ ਨੂੰ 26/3/2019 ਨੂੰ ਜਾਰੀ ਕੀਤੇ ਗਏ ਨੇ। ਮਤਲਬ 26/3/2019 ਨੂੰ ਸਰਕਾਰ ਵੱਲੋਂ ਜਾਰੀ ਹੁੰਦੇ ਨੇ, ਪਰ ਇਹ ਜਿਹੜੇ ਮਹਾਸ਼ੇ ਹੈਗੇ ਹੈ ਇਹਨਾਂ ਨੇ ਇਹ ਲਾਏ ਹੋਏ ਹੈ 6/3/2018 ਦਿਖਾ ਕੇ, 6/3/2018 ਦਿਖਾ ਕੇ। 19 ਦੇ ਵਿੱਚ ਸਟਾਂਪ ਪੇਪਰ ਲਏ ਆ ਉਹਨਾਂ ਨੇ ਜੀ, ਕੰਪਨੀ ਵਾਲਿਆਂ ਨੇ, ਤੇ ਉਹ 18 ਬੈਕ ਡੇਟਡ ਬਣਵਾ ਕੇ ਤੇ ਉਹ ਆਰਟੀ ਦੇ ਮਾਧਿਅਮ ਨਾਲ ਇਹ ਗੱਲ ਹੋਈ ਹੈ। ਤੇ ਉਸ ਬਾਬਤ ਕੋਈ ਕਾਰਵਾਈ ਹੋਈ ਹੈ ਜੀ ਉਹਨਾਂ ਤੇ, ਜਾਂ ਜੇ ਨਹੀਂ ਹੋਈ ਤਾਂ ਕਿਉਂ ਨਹੀਂ? ਤੇ ਜਦੋਂ ਅਸੀਂ ਜਾ ਰਹੇ ਹੁੰਨੇ ਆ, ਉਹ ਭੀੜ ਸਾਡੇ ਵੱਲ ਪਿੱਛੇ ਆਂਦੀ ਹੈ। ਇੱਕ ਸਰਦਾਰ ਜਿਹਾ ਬੰਦਾ ਹੁਣ ਮੇਰੇ ਸਾਹਮਣੇ ਅੱਜ ਮੈਂ ਉਹਨੂੰ ਪਛਾਣ ਵੀ ਲਵਾਂਗਾ, ਉਹ ਆਂਦਾ ਭੱਜਿਆ ਤੇ ਮੈਨੂੰ ਆਵਾਜ਼ ਮਾਰ ਕੇ, ਹਾਂ ਓਏ ਕੀ ਆ ਓਏ, ਕਿੱਧਰ ਓਏ, ਇੱਦਾਂ ਆ ਕੇ ਮੈਨੂੰ ਬੋਲਦਾ ਹੈ। ਤੇ ਫਿਰ ਉਹ ਮੈਨੂੰ ਛੱਡ ਕੇ ਮੇਰੇ ਕੈਮਰਾਮੈਨ ਵੱਲ ਭੱਜਦਾ ਹੈ ਤੇ ਇਹਨਾਂ ਤੋਂ ਮਾਈਕ ਖੋਣ ਦੀ ਕੋਸ਼ਿਸ਼ ਕਰਦੇ ਆ। ਕੀ ਗਿਰੀਸ਼ ਵਰਮਾ ਜੀ ਦੀ ਜਿਹੜੀ ਇਨਕੁਆਇਰੀ ਹੈ ਉਸ ਦੀ ਇੱਕ ਕੜੀ ਆਕ੍ਰਿਤੀ ਕੰਪਲੈਕਸ ਜਾਂ ਫਿਰ ਅਮਰ ਐਨਕਲੇਵ ਦੇ ਰਾਹੀਂ ਹੋ ਕੇ ਵੀ ਨਿਕਲਦੀ ਹੈ? ਅਸੀਂ ਅਕਸਰ ਸੁਣਦੇ ਹਾਂ ਕਿ ਕੁੱਤੀ ਚੋਰਾਂ ਦੇ ਨਾਲ ਰਲੀ ਹੋਈ ਹੈ, ਪਰ ਅੱਜ ਦੀ ਇਹ ਖਬਰ ਸਿਰਫ ਖਬਰ ਨਹੀਂ, ਇੱਕ ਮਿਸਾਲ ਹੈ ਦੱਸਣ ਦੇ ਲਈ ਕਿ ਆਖਰ ਕੁੱਤੀ ਕਿਸ ਹੱਦ ਤੱਕ ਚੋਰਾਂ ਦੇ ਨਾਲ ਰਲੀ ਹੋਈ ਹੈ। ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇੱਕ ਨਿੱਜੀ ਤੌਰ ਤੇ ਬੇਨਤੀ ਕਰ ਰਿਹਾ ਹਾਂ ਕਿ ਇਹ ਸਿਰਫ ਇੱਕ ਅਖਾਣ ਹੈ, ਕੋਈ ਵੀ ਬੰਦਾ ਇਸ ਨੂੰ ਨਿੱਜੀ ਤੌਰ ਤੇ ਆਪਣੇ ਤੇ ਲੈ ਕੇ ਨਾ ਜਾਵੇ, ਕਿਉਂਕਿ ਸਾਡਾ ਮਕਸਦ ਸਿਰਫ ਇਹੀ ਦੱਸਣਾ ਹੈ ਕਿ ਕਿਸ ਹੱਦ ਤੱਕ ਕੁੱਤੀ ਚੋਰਾਂ ਦੇ ਨਾਲ ਰਲੀ ਹੋਈ ਹੈ। ਮਾਮਲਾ ਕੀ ਹੈ, ਕੀ ਗੱਲਬਾਤ ਹੈ, ਸਾਡੇ ਨਾਲ ਇਸ ਵੇਲੇ ਐਡਵੋਕੇਟ ਜਤਿਨ ਬੰਸਲ ਜੀ ਮੌਜੂਦ ਨੇ, ਇਹਨਾਂ ਕੋਲੋਂ ਪੁੱਛਾਂਗੇ। ਲੇਕਿਨ ਇਹਨਾਂ ਕੋਲ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਦੱਸਾਂ, ਇਹ ਮਾਮਲਾ ਧਿਆਨ ਵਿੱਚ ਆਇਆ ਕਿਵੇਂ? ਕਿਸੇ ਸਾਈਟ ਤੇ ਜ਼ੀਰਕਪੁਰ ਦੇ ਵਿੱਚ ਇੱਕ ਪੱਤਰਕਾਰ ਜਾਂਦਾ ਹੈ ਤੇ ਉਸ ਦੇ ਨਾਲ ਮੈਨ ਹੈਂਡਲਿੰਗ ਹੁੰਦੀ ਹੈ, ਯਾਨੀ ਕਿ ਉਸ ਤੋਂ ਕੈਮਰਾ ਖੋਇਆ ਜਾਂਦਾ ਹੈ, ਉਸ ਦਾ ਡਾਟਾ ਡਿਲੀਟ ਕੀਤਾ ਜਾਂਦਾ ਹੈ, ਬੈਟਰੀ ਕੱਢੀ ਜਾਂਦੀ ਹੈ, ਮੈਮਰੀ ਕਾਰਡ ਕੱਢਿਆ ਜਾਂਦਾ ਹੈ। ਫਿਰ ਪੱਤਰਕਾਰ ਵੱਲੋਂ ਇੱਕ ਕੰਪਲੇਂਟ ਦਿੱਤੀ ਜਾਂਦੀ ਹੈ ਪੁਲਿਸ ਦੇ ਵਿੱਚ, ਤੇ ਸਬੱਬੀ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਇਤਫਾਕਨ ਉਸੇ ਸਾਈਟ ਤੇ ਅਗਲੇ ਦਿਨ ਐਮਸੀ ਅਧਿਕਾਰੀ ਜਾਂਦੇ ਨੇ ਇੰਸਪੈਕਸ਼ਨ ਦੇ ਲਈ, ਤੇ ਉਹਨਾਂ ਦੇ ਨਾਲ ਪੱਤਰਕਾਰ ਤੋਂ ਵੀ ਮਾੜੀ ਹੁੰਦੀ ਹੈ। ਉਹਨਾਂ ਨੂੰ ਬੰਦਕ ਬਣਾਇਆ ਜਾਂਦਾ ਹੈ, ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਉਹਨਾਂ ਦਾ ਸਰਕਾਰੀ ਰਿਕਾਰਡ ਵੀ ਚੋਰੀ ਕੀਤਾ ਜਾਂਦਾ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਉਹ ਦਰਖਾਸਤ ਕਹਿੰਦੀ ਹੈ ਜੋ ਐਮਸੀ ਆਫਿਸ ਜ਼ੀਰਕਪੁਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ, ਜਿਸ ਦੀ ਕਾਪੀ ਸਾਡੇ ਕੋਲ ਵੀ ਮੌਜੂਦ ਹੈ। ਖੈਰ ਐਡਵੋਕੇਟ ਸਾਹਿਬ ਕੋਲ ਪੁੱਛਾਂਗੇ। ਐਡਵੋਕੇਟ ਸਾਹਿਬ, ਬੜਾ ਮਾਮਲਾ, ਕਦੇ ਪੱਤਰਕਾਰ ਤੇ ਹਮਲਾ, ਕਦੇ ਐਮਸੀ ਅਧਿਕਾਰੀਆਂ ਨੂੰ ਬੰਦਕ ਬਣਾਉਣਾ, ਉਹਨਾਂ ਦਾ ਸਮਾਨ ਸਰਕਾਰੀ ਰਿਕਾਰਡ ਚੋਰੀ ਕਰਨਾ, ਗੱਡੀ ਨੂੰ ਵੀ ਬੰਦਕ ਬਣਾਉਣਾ। ਮਾਮਲਾ ਕੀ ਹੈ, ਕੌਣ ਲੋਕ ਨੇ ਤੇ ਪ੍ਰੋਜੈਕਟ ਕਿਹੜਾ ਸੀ ਜਿੱਥੇ ਸਾਰਾ ਕੁਝ ਹੋਇਆ? ਪਹਿਲੀ ਗੱਲ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ, ਇਹ ਪ੍ਰੋਜੈਕਟ ਜਿਹੜਾ ਹੈਗਾ ਇਹ ਬੇਸਿਕਲੀ ਅਮਰ ਐਨਕਲੇਵ ਤੇ ਆਕ੍ਰਿਤੀ ਕੰਪਲੈਕਸ ਕਰਕੇ ਪ੍ਰੋਜੈਕਟ ਹੈ। ਇਸ਼ੂ ਇਸ ਦੇ ਵਿੱਚ ਐਵੇਂ ਹੈ ਸਰ, ਕਿਉਂਕਿ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਦੀ ਵਾਇਲੇਸ਼ਨਸ ਹੋਈਆਂ ਨੇ, ਤੇ ਜਦ ਕਿ ਜਿਸ ਟਾਈਮ ਤੇ ਤੁਹਾਡੇ ਪੱਤਰਕਾਰ ਸਾਹਿਬ ਭਾਈ ਸਾਹਿਬ ਗਏ ਉਹ ਚੀਜ਼ਾਂ ਹਾਈਲਾਈਟ ਕਰਨ ਲਈ ਕਿ ਕਿਵੇਂ ਲਾਅ ਦੇ ਵਾਇਲੇਸ਼ਨਸ ਹੋ ਰਹੀਆਂ ਨੇ ਸਾਰੀਆਂ, ਤਾਂ ਉਸ ਕਰਕੇ ਕਿ ਉਹ ਵਾਇਲੇਸ਼ਨਸ ਜਿਹੜੀ ਰੂਲਸ ਐਂਡ ਰੈਗੂਲੇਸ਼ਨਸ ਦੀ ਉਲੰਘਣਾ ਹੋ ਰਹੀ ਹੈ ਉਹ ਹਾਈਲਾਈਟ ਨਾ ਹੋਵੇ, ਉਸ ਕਰਕੇ ਉਹਨਾਂ ਤੋਂ ਕੈਮਰਾ ਖਿੱਚਿਆ ਗਿਆ, ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ। ਤੇ ਜਦ ਐਮਸੀ ਆਫਿਸ ਤੱਕ ਇਹ ਗੱਲ ਪਹੁੰਚੀ ਕਿ ਉਹ ਸਾਈਟ ਹੈਗੀ ਜਿੱਥੇ ਇਹ ਪ੍ਰੋਜੈਕਟ ਜਾਂ ਕਾਲੋਨੀ ਬਣ ਰਹੀ ਹੈ, ਇਹ ਰੂਲਸ ਐਂਡ ਰੈਗੂਲੇਸ਼ਨਸ ਦੀ ਵਾਇਲੇਸ਼ਨ ਵਿੱਚ ਬਣ ਰਹੀ ਹੈ, ਤਾਂ ਐਮਸੀ ਦੇ ਵੀ ਜਿਹੜੇ ਆਫੀਸਰ ਸੀਗੇ ਉਸ ਸਾਈਟ 'ਤੇ ਇੰਸਪੈਕਸ਼ਨ ਲਈ ਪਹੁੰਚੇ। ਤੇ ਇੰਸਪੈਕਸ਼ਨ ਤੋਂ ਡਰਦੇ ਹੋਏ, ਕਿਉਂਕਿ ਜਿਹੜੀ ਇਹ ਰੂਲਸ ਐਂਡ ਰੈਗੂਲੇਸ਼ਨਸ ਨੇ ਇਹਨਾਂ 'ਤੇ ਜਿਹੜੇ ਪ੍ਰਮੋਟਰਸ ਨੇ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਐਜ਼ ਪਰ ਦ ਲਾਅ, ਉਸ ਚੀਜ਼ ਤੋਂ ਡਰਦੇ ਹੋਏ ਉਹਨਾਂ ਨੇ ਨਾ ਉਹਨਾਂ ਨੂੰ ਸਾਈਟ ਇੰਸਪੈਕਟ ਕਰਨ ਦਿੱਤੀ
ਤੇ ਜਿਵੇਂ ਤੁਸੀਂ ਦੱਸ ਰਹੇ ਹੋ ਉਹਨਾਂ ਦੇ ਨਾਲ ਬਦਸਲੂਕੀ ਕੀਤੀ। ਤੇ ਉਹਨਾਂ ਨਾਲ ਤਾਂ ਪੱਤਰਕਾਰ ਨਾਲੋਂ ਵੀ ਬੜੀ ਮਾੜੀ ਹੋਈ ਨਾ, ਵੀ ਐਮਸੀ ਅਧਿਕਾਰੀ ਨੇ ਕਿ ਸੋਚਿਆ ਨਹੀਂ ਹੋਣਾ ਵੀ ਸਾਨੂੰ ਇਨਸਪੈਕਸ਼ਨ ਕਰਨ ਗਿਆ ਨੂੰ ਘੇਰਿਆ ਜਾਏਗਾ ਕੁੱਟਮਾਰ, ਕਿਉਂਕਿ ਮੈਂ ਦਰਖਾਸਤ ਵਿੱਚ ਪੜ੍ਹਿਆ ਹੈ। ਤੇ ਸਰ ਇੰਨਾ ਵੀ ਡਰ ਕਿਉਂ, ਮਤਲਬ ਜ਼ਿਆਦਾ ਕੁਝ ਉੱਥੇ ਬੇਨੀਮੀਆਂ ਹੋ ਰਹੀਆਂ ਨੇ ਉਸ ਪ੍ਰੋਜੈਕਟ ਦੇ ਵਿੱਚ, ਕਾਰਨ ਕੀ ਹੈ? ਗੱਲ ਐਵੇਂ ਹੈ ਕਿ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਅਗਰ ਕੋਈ ਵੀ ਪ੍ਰੋਜੈਕਟ ਬਣ ਰਿਹਾ ਹੈ ਉਹ ਬੇਸਿਕਲੀ ਤੁਹਾਨੂੰ ਉਸ ਦੇ ਲਈ ਪਹਿਲਾਂ ਐਸ ਪਰ ਪੇਪਰ ਲਾਇਸੈਂਸ ਐਕਵਾਇਰ ਕਰਨਾ ਪੈਂਦਾ ਸਰਕਾਰ ਤੋਂ, ਤੇ ਲਾਇਸੈਂਸ ਦੀ ਟਰਮਸ ਐਂਡ ਕੰਡੀਸ਼ਨਸ ਦੇ ਅਕੋਰਡਿੰਗ ਹੀ ਤੁਸੀਂ ਪ੍ਰੋਜੈਕਟ ਸਾਰਾ ਡਿਵੈਲਪ ਕਰਦੇ ਹੋ। ਬਟ ਪੇਪਰਾਂ ਦੀ ਵਾਇਲੇਸ਼ਨ ਦੇ ਵਿੱਚ ਇੱਕ ਨਵਾਂ ਕਨਸੈਪਟ ਚੱਲਿਆ ਹੋਇਆ ਪੰਜਾਬ ਸਰਕਾਰ ਦੇ ਵਿੱਚ, ਰੈਗੂਲਰਾਈਜੇਸ਼ਨ ਆਫ ਅਨਆਥੋਰਾਈਜ਼ਡ ਕਾਲੋਨੀਜ਼। ਇਨਫੈਕਟ ਮਾਨਯੋਗ ਹਾਈ ਕੋਰਟ ਨੇ ਵੀ ਇਸ ਚੀਜ਼ ਦੇ ਉੱਤੇ ਕਿਹਾ ਗਿਆ ਹੈ ਕਿ ਅਗਰ ਤੁਸੀਂ ਰੈਗੂਲਰਾਈਜੇਸ਼ਨ ਪਾਲਿਸੀਜ਼ ਹੀ ਕੱਢਣੀਆਂ ਨੇ ਤਾਂ ਆਪਾਂ ਪੇਪਰਾਂ ਵਗੈਰਾ ਸਾਰਾ ਹਟਾ ਦਿੰਦੇ ਹਾਂ, ਜੋ ਕਿ ਬਿਲਕੁਲ ਸਹੀ ਹੈਗਾ। ਹੁਣ ਹੋਇਆ ਕੀ ਹੈ ਇਸ ਦੇ ਵਿੱਚ ਕਿ 2018 ਦੇ ਵਿੱਚ ਇੱਕ ਪੰਜਾਬ ਸਰਕਾਰ ਦੀ ਰੈਗੂਲਰਾਈਜੇਸ਼ਨ ਪਾਲਿਸੀ ਆਈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਅਨਆਥੋਰਾਈਜ਼ਡ ਕਾਲੋਨੀਜ਼ ਨੂੰ ਅਸੀਂ ਰੈਗੂਲਰਾਈਜ਼ ਕਰ ਦਾਂਗੇ, ਉਸ ਦੀਆਂ ਕੁਝ ਟਰਮਸ ਐਂਡ ਕੰਡੀਸ਼ਨਸ ਰੱਖ ਦਿੱਤੀਆਂ ਗਈਆਂ। ਹੁਣ ਕੋਈ ਵੀ ਬਿਲਡਰ ਰੈਗੂਲਰਾਈਜੇਸ਼ਨ ਸਰਟੀਫਿਕੇਟ ਕਿਉਂ ਲੈਣਾ ਚਾਹੁੰਦਾ ਹੈ? ਕਿਉਂਕਿ ਉਸਦੇ ਪੈਸੇ ਬਚ ਰਹੇ ਨੇ, ਪ੍ਰੋਸੈਸ ਹੈ ਜਿਹੜਾ ਉਹ ਜ਼ਿਆਦਾ ਈਜ਼ੀ ਹੈ, ਕਿਉਂਕਿ ਉਸ 'ਤੇ ਕੰਪਲਾਇੰਸਿਸ ਨਹੀਂ ਹੋ ਰਹੀਆਂ। ਅਗਰ ਉਹ ਲਾਇਸੈਂਸ ਲੈ ਰਹੀ ਹੈ ਦੈਨ ਇਟ ਕਮਸ ਅੰਡਰ ਦ ਪ੍ਰੈਰੋਗੇਟਿਵ ਐਂਡ ਦ ਗਾਈਡੈਂਸ ਆਫ ਗਵਰਨਮੈਂਟ, ਕਿਉਂਕਿ ਗਵਰਨਮੈਂਟ ਦੀ ਪ੍ਰੋਪਰ ਉਸ 'ਤੇ ਅੱਖ ਰਹੇਗੀ ਕਿ ਕਿਵੇਂ ਕਰ ਰਹੇ ਹੋ, ਕੀ ਕਰ ਰਹੇ ਹੋ ਤੁਸੀਂ ਐਕਸਟਰਨਲ ਡਿਵੈਲਪਮੈਂਟ ਚਾਰजेस ਭਰੋਗੇ, IDC ਭਰੋਗੇ, ਸਾਰੀਆਂ ਚੀਜ਼ਾਂ ਦੀ ਤੁਹਾਨੂੰ ਕੰਪਲਾਇੰਸਿਸ ਕਰਨੀਆਂ ਪੈਣੀਆਂ ਨੇ। ਬਟ ਜੇ ਤੁਸੀਂ ਰੈਗੂਲਰਾਈਜੇਸ਼ਨ ਕਰਵਾ ਰਹੇ ਹੋ, ਇੱਕ ਤਰ੍ਹਾਂ ਤੁਸੀਂ ਇਹ ਕਹਿ ਰਹੇ ਹੋ ਜੀ ਸਾਨੇ ਐਵੇਂ ਕਾਲੋਨੀ ਕੱਟਤੀ, ਹੁਣ ਸਾਡੀ ਕਾਲੋਨੀ ਨੂੰ ਮਾਨਤਾ ਦੇ ਦਿਓ, ਚਾਹੇ ਕਾਲੋਨੀ ਜਿਹੜੀ ਹੈਗੀ ਹੈ ਸਾਡੀ ਰੂਲਸ ਐਂਡ ਰੈਗੂਲੇਸ਼ਨਸ ਦੇ ਹਿਸਾਬ ਨਾਲ ਬਣੀ ਹੈ ਚਾਹੇ ਨਹੀਂ ਬਣੀ। ਇਸ ਪ੍ਰੋਜੈਕਟ ਦੇ ਵਿੱਚ ਕੀ ਹੋਇਆ, ਇਨਫੈਕਟ ਦੋਨਾਂ ਦੇ ਵਿੱਚ, ਆਕ੍ਰਿਤੀ ਦੇ ਵਿੱਚ ਵੀ ਤੇ ਅਮਰ ਇਨਕਲੇਵ ਦੇ ਵਿੱਚ ਵੀ, ਐਂਡ ਵਟਐਵਰ ਆਮ ਸਿੰਘ ਜੋ ਵੀ ਕਹਿ ਰਹੀ ਹਾਂ ਉਹ ਬਕਾਇਦਾ ਰਿਕਾਰਡ ਦੇ ਆਧਾਰ ਤੇ ਕਹਿ ਰਿਹਾ, ਕੋਈ ਹਵਾਈਆਂ ਗੱਲਾਂ ਨਹੀਂ ਕਰ ਰਿਹਾ। ਹੁਣ ਸਰ ਜਿਹੜੀ ਰੈਗੂਲਰਾਈਜੇਸ਼ਨ ਦੀ ਪਾਲਿਸੀ ਆਈ ਉਸ ਦੇ ਵਿੱਚ ਇੱਕ ਬਹੁਤ ਸਪੈਸੀਫਿਕਲੀ ਟਰਮ ਐਂਡ ਕੰਡੀਸ਼ਨ ਸੀਗੀ, ਉਸ ਦੇ ਵਿੱਚ ਇੱਕ ਟਾਈਮ ਫੋਰਸ ਦਿੱਤਾ ਗਿਆ ਸੀਗਾ ਕਿ ਅਗਰ ਇਸ ਤਾਰੀਖ ਤੱਕ ਤੁਹਾਡਾ ਪ੍ਰੋਜੈਕਟ ਹੈਗਾ, ਐਗਜ਼ਿਸਟ ਕਰਦਾ, ਤਾਂ ਹੀ ਤੁਸੀਂ ਰੈਗੂਲਰਾਈਜੇਸ਼ਨ ਪਾਲਿਸੀ ਦਾ ਬੈਨੀਫਿਟ ਲੈ ਸਕਦੇ ਹੋ। ਬਟ ਇਸ ਕੇਸ ਦੇ ਵਿੱਚ ਕੀ ਹੋਇਆ ਕਿ ਦੋਨੋਂ ਪ੍ਰੋਜੈਕਟਸ ਦੇ ਵਿੱਚ ਜਿਹੜੇ ਪ੍ਰਮੋਟਰ ਸੀਗੇ ਉਹਨਾਂ ਨੇ ਬੈਕ ਡੇਟਡ ਤੇ ਐਗਰੀਮੈਂਟ ਫੋਰਜ ਕੀਤੇ, ਤੇ ਉਹ ਫੋਰਜ ਡਾਕੂਮੈਂਟਸ ਦੇ ਆਧਾਰ ਤੇ ਉਹਨਾਂ ਨੇ ਰੈਗੂਲਰਾਈਜੇਸ਼ਨ ਦਾ ਸਰਟੀਫਿਕੇਟ ਲੈ ਲਿਆ। ਸੋ ਉਹ ਡੇਟ ਤੋਂ ਬਾਅਦ ਅਸੀਂ RTI ਦੇ ਵਿੱਚ ਪਤਾ ਕਰਵਾਇਆ, ਜਿਸ ਦਿਨ ਦੇ ਉਹ ਐਗਰੀਮੈਂਟਸ ਦਿਖਾ ਰਹੇ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ, ਰੈਗੂਲਰਾਈਜੇਸ਼ਨ ਸਰਟੀਫਿਕੇਟ ਦੀ ਐਪਲੀਕੇਸ਼ਨ ਦੇ ਵਿੱਚ ਜਿਹੜੇ ਉਹਨਾਂ ਨੇ ਐਗਰੀਮੈਂਟਸ ਲਗਾਏ ਨੇ, ਜਿਹੜੀ ਡੇਟ ਦੇ ਨੇ ਉਸ ਤੋਂ 1 ਸਾਲ ਬਾਅਦ ਤੋਂ ਸਟੈਂਪ ਪੇਪਰਸ ਇਸ਼ੂ ਕੀਤੇ ਗਏ ਨੇ। ਟ੍ਰੈਜਰੀ ਦੀ ਰਿਪੋਰਟ ਹੈ ਕਿ ਬਕਾਇਦਾ ਇਸ ਦਿਨ ਤੇ RTI ਦੇ ਵਿੱਚ ਕਿ ਇਸ ਦਿਨ ਤੇ ਤਾਂ ਸਟੈਂਪ ਪੇਪਰ ਇਸ਼ੂ ਹੋਏ ਨੇ। ਤਾਂ ਫਿਰ ਕੁਐਸਚਨ ਆਉਂਦਾ ਕਿ ਜਦ ਇਹ ਸਟੈਂਪ ਪੇਪਰ ਉਸ ਤੋਂ 1 ਸਾਲ ਬਾਅਦ ਇਸ਼ੂ ਹੋਏ ਨੇ ਤਾਂ 1 ਸਾਲ ਪਹਿਲਾਂ ਉਸ 'ਤੇ ਐਗਰੀਮੈਂਟ ਕਿਵੇਂ ਹੋ ਗਿਆ? ਹੁਣ ਇਸ ਦੇ ਨਾਲ ਹੁੰਦਾ ਕੀ ਹੈ ਕਿ ਅਗਰ ਇਹ ਸਟੈਂਪ ਪੇਪਰ ਦੀ RTI ਦੀ ਇਨਫੋਰਮੇਸ਼ਨ ਨੂੰ ਆਪਾਂ ਸਹੀ ਮੰਨਦੇ ਹਾਂ, ਜੋ ਕਿ ਟ੍ਰੈਜਰੀ ਤੋਂ ਇਹ ਬਿਲਕੁਲ ਸਹੀ ਹੋਏਗੀ, ਤਾਂ ਇਟ ਮੀਨਸ ਕਿ ਉਹ ਲੋਕ ਰੈਗੂਲਰਾਈਜੇਸ਼ਨ ਪਾਲਿਸੀ ਦੇ ਵਿੱਚ ਆਉਂਦੇ ਹੀ ਨਹੀਂ ਸੀਗੇ, ਉਹਨਾਂ ਦੀ ਰੈਗੂਲਰਾਈਜੇਸ਼ਨ ਸਰਟੀਫਿਕੇਟ ਜਿਹੜਾ ਹੈਗਾ ਉਹ ਗਲਤ ਹੈ। ਲੇਕਿਨ ਇਹਦਾ ਮਤਲਬ ਸਰਕਾਰ ਨਾਲ ਵੀ ਧੋਖਾ ਕੀਤਾ ਹੈ ਜੀ, ਸਰਕਾਰ ਨੂੰ, ਸਰਕਾਰੀ ਖਜ਼ਾਨੇ ਨੂੰ ਚੂਨਾ ਵੀ ਲਾਇਆ ਹੈ ਤੇ ਸਰਕਾਰ ਨਾਲ ਜਾਲਸਾਜ਼ੀ ਵੀ ਕੀਤੀ ਹੈ। ਬਿਲਕੁਲ ਸਰ, ਉਹੀ ਤਾਂ ਉਰੇ ਕੁਐਸਚਨ ਹੈ, ਐਂਡ ਇਹੀ ਪ੍ਰੀਸਾਈਜ਼ਲੀ ਇਹੀ ਰੀਜ਼ਨ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਸਾਈਟ ਦੀ ਇਨਸਪੈਕਸ਼ਨ ਹੋਵੇ ਤੇ ਇਹ ਚੀਜ਼ਾਂ ਹਾਈਲਾਈਟ ਹੋਣ। ਇਨਫੈਕਟ ਸਰ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨਾਲ ਧੋਖਾ ਹੋਇਆ ਹੈ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਹੁਣ ਉਹ ਆਪਣੀ ਜਿਹੜੀ ਪ੍ਰੋਜੈਕਟ ਦੇ ਯੂਨਿਟਸ ਨੇ ਉਹ ਇਨੋਸੈਂਟ ਅਲੋਟੀਜ਼ ਨੂੰ ਅੱਗੇ ਵੇਚ ਰਹੇ ਨੇ। ਕੱਲ੍ਹ ਨੂੰ ਜਦ ਇਸ਼ੂ ਹਾਈਲਾਈਟ ਹੁੰਦਾ ਹੈ, ਅਸਲੀ ਮਾਰ ਤਾਂ ਪਬਲਿਕ ਨੂੰ ਪਏਗੀ, ਕਿਉਂਕਿ ਇਹ ਤਾਂ ਆਪਣੇ ਭੱਜ ਜਾਣਗੇ ਲੈ ਕੇ ਪੈਸੇ। ਜਿਹੜੀ ਬਿਲਡਿੰਗਾਂ ਟੁੱਟਣਗੀਆਂ ਕਿ ਗੈਰ ਕਾਨੂੰਨੀ ਤਰੀਕੇ ਨਾਲ ਬਣੀਆਂ ਹੋਈਆਂ ਨੇ, ਉਹ ਬਿਲਡਿੰਗਾਂ ਪ੍ਰਮੋਟਰ ਦੀਆਂ ਥੋੜ੍ਹਾ ਹੋਣਗੀਆਂ, ਉਹ ਤਾਂ ਹੁਣ ਆਮ ਜਨਤਾ ਦੀ ਹੋਣਗੀਆਂ, ਕਿਉਂਕਿ ਉਹ ਤਾਂ ਉਹਨਾਂ ਨੇ ਪੈਸੇ ਖਰੀਦੇ ਹੈ। ਸੇਮ ਚੀਜ਼ GBP ਵਾਲਿਆਂ ਨਾਲ ਹੋਈ ਹੈ, ਦੇਖੋ ਕਰੋੜਾਂ ਦਾ ਚੂਨਾ ਲਾ ਕੇ ਭੱਜ ਗਏ, ਲੋਕਾਂ ਨੂੰ ਥੋੜ੍ਹਾ ਸਰਕਾਰ ਨੂੰ ਥੋੜ੍ਹਾ ਚੂਨਾ ਲਾਇਆ, ਲੋਕਾਂ ਨੂੰ ਚੂਨਾ ਲਾਇਆ। ਸੇਮ ਵੇ ਇਹ ਹਜੇ ਤੱਕ ਆਪਾਂ ਕਹੀਏ ਕਿ ਇਹ ਚੀਜ਼ ਹਾਈਲਾਈਟ ਤਾਂ ਹੋਣੀ ਹੈ, ਅੱਜ ਨਹੀਂ ਤਾਂ ਕੱਲ੍ਹ। ਇਸ਼ੂ ਸਿਰਫ ਉਰੇ ਇਹ ਆ ਗਿਆ ਪ੍ਰਮੋਟਰ ਨੂੰ ਕਿ ਪਹਿਲਾਂ ਹਾਈਲਾਈਟ ਹੋ ਗਿਆ, ਇਸ ਤੋਂ ਪਹਿਲਾਂ ਕਿ ਪਬਲਿਕ ਐਟ ਲਾਰਜ ਨਾਲ ਧੋਖਾਧੜੀ ਕਰ ਪੈਂਦੇ, ਉਸ ਤੋਂ ਪਹਿਲਾਂ ਇਹ ਇਸ਼ੂ ਜਿਹੜਾ ਹੈਗਾ ਹਾਈਲਾਈਟ ਹੋ ਗਿਆ। ਤੇ ਇਸੀ ਕਰਕੇ ਇਹ ਪੱਤਰਕਾਰਾਂ ਨਾਲ ਬੇਸਲੂਕੀ ਕਰ ਰਹੇ ਨੇ, ਇਸੀ ਕਰਕੇ MC ਆਫੀਸਰਸ ਨਾਲ ਬੇਸਲੂਕੀ ਕਰ ਰਹੇ ਨੇ ਕਿ ਬਾਅਦ 'ਚੋਂ ਹਾਇਰ ਆਫੀਸਰਸ ਨਾਲ ਜਾ ਕੇ ਅਸੀਂ ਦੇਖ ਲਾਂਗੇ ਕਿ ਕਿਵੇਂ ਗੱਲਬਾਤ ਕਰਨੀ ਹੈ। ਜਿਹੜੀ ਗੱਲ ਐਡਵੋਕੇਟ ਸਾਹਿਬ ਨੇ ਕਹੀ ਹੈ ਨਾ, ਉਹ ਡਾਕੂਮੈਂਟ ਸਾਡੇ ਕੋਲ ਇੱਥੇ ਪਏ ਨੇ, ਜਿਹੜੇ ਕਿ RTI ਦੇ ਰਾਹੀਂ ਕਢਵਾਏ ਗਏ ਨੇ। ਜੀ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਇੱਥੇ ਕੈਮਰਾ ਜ਼ਰੂਰ ਕਰੇ। ਇਹ ਖਜ਼ਾਨਾ ਅਫਸਰ ਰਾਜਪੁਰਾ ਵੱਲੋਂ ਦਿੱਤਾ ਗਿਆ ਹੈ ਜੀ RTI ਦੇ ਵਿੱਚ, RTI ਐਕਟ ਤਹਿਤ ਸੂਚਨਾ ਸੰਬੰਧੀ ਉਪਰੋਕਤ ਵਿਸ਼ੇ ਸੰਬੰਧੀ ਆਪ ਜੀ ਵੱਲੋਂ ਭੇਜੇ ਪੱਤਰ
ਇਸ ਦਫ਼ਤਰ ਵਿੱਚ ਪ੍ਰਾਪਤ ਮਿਤੀ ਸੋ ਐਂਡ ਸੋ ਨੂੰ ਹੋਏ। ਤੇ ਇਹਦੇ ਲਿਖਿਆ ਗਿਆ ਹੈ ਕਿ ਦਫ਼ਤਰ ਦੇ ਰਿਕਾਰਡ ਮੁਤਾਬਕ ਅਸਟਾਮ ਨੰਬਰ AF 279086 ਅਤੇ AF 279085 ਹਰੇਕ ਦੀ ਕੀਮਤ 50 ਰੁਪਏ। ਇਹ ਅਸਟਾਮ ਸ਼੍ਰੀ ਇਸ਼ਾਨ ਠਾਕੁਰ ਅਸਟਾਮ ਫਰੋਸ ਲਾਇਸੈਂਸ ਨੰਬਰ 398 ਨੂੰ ਮਿਤੀ 22/2/2019 ਨੂੰ ਜਾਰੀ ਕੀਤੇ ਗਏ ਹਨ। ਮਤਲਬ ਕਿ ਜੇ ਸਰਕਾਰ ਨੇ ਹੀ ਇਹ 2019 ਨੂੰ ਫਰਵਰੀ 2019 ਨੂੰ ਜਾਰੀ ਕੀਤੇ ਨੇ ਤਾਂ 86 ਤੇ 85 ਨੰਬਰ। ਹੁਣ ਇੱਥੇ ਤੁਹਾਨੂੰ ਅਸੀਂ ਉਹ ਸਟੈਂਪ ਪੇਪਰ ਵੀ ਦਿਖਾਉਂਦੇ ਹਾਂ। ਇਹ 85 ਨੰਬਰ, ਇਹ ਮਿਤੀ 2017 ਦਿਖਾਈ ਹੋਈ ਹੈ ਤੇ ਇਹ 86 ਨੰਬਰ। ਇਹ 2017 ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਦਿਖਾਵਾਂਗਾ। AF 279086 AF 279085 ਤੇ AF 279086 AF 279085 ਤੇ ਇਹਨਾਂ ਨੇ ਇਹ ਸ਼ੋਅ ਕੀਤੇ ਹੋਏ ਆ ਜੀ 2017 ਦੇ ਸ਼ੋਅ ਕੀਤੇ ਹੈ, ਜਦ ਕਿ ਸਰਕਾਰ ਨੇ ਇਹ ਦਸਤਾਵੇਜ਼ ਰਾਈਟ ਟੂ ਇਨਫੋਰਮੇਸ਼ਨ ਐਕਟ 2005 ਅਧੀਨ ਜੋ ਹੈ ਜਾਰੀ ਕੀਤੇ ਗਏ ਨੇ। ਹੁਣ ਦੱਸੋ ਸਰਕਾਰ ਝੂਠ ਬੋਲ ਰਹੀ ਹੈ ਜਾਂ ਫਿਰ ਜਿਹੜੇ ਇਹ ਬਿਲਡਰ ਨੇ ਉਹ ਝੂਠ ਬੋਲ ਰਹੇ ਨੇ। ਉਸ ਤੋਂ ਇਲਾਵਾ ਇਹ ਦੂਜਾ ਇਹਨਾਂ ਦਾ ਪ੍ਰੋਜੈਕਟ ਹੈ। ਇਹਦੇ ਵਿੱਚ ਵੀ ਤੁਹਾਨੂੰ ਪਹਿਲਾਂ ਮੈਂ RTI ਵਾਲੀ ਜਾਣਕਾਰੀ ਦਿਖਾਉਣਾ ਹੈ। ਇਹਦੇ ਵਿੱਚ ਲਿਖਿਆ ਗਿਆ ਹੈ ਬਈ ਇਹ ਅਸਟਾਮ AF 279195 ਅਸਟਾਮ ਸ਼੍ਰੀ ਇਸ਼ਾਨ ਠਾਕੁਰ ਅਸਟਾਮ ਫਰੋਸ਼ ਨੂੰ ਮਿਤੀ 22/2/2019 ਨੂੰ ਅਤੇ ਅਸਟਾਮ AF 259573 AF 259572 50 ਰੁਪਏ। ਇਹ ਅਸਟਾਮ ਸ਼੍ਰੀ ਇਸ਼ਾਨ ਠਾਕੁਰ ਅਸਟਾਮ ਫਰੋਸ਼ ਨੂੰ 26/3/2019 ਨੂੰ ਜਾਰੀ ਕੀਤੇ ਗਏ ਨੇ। ਮਤਲਬ 26/3/2019 ਨੂੰ ਸਰਕਾਰ ਵੱਲੋਂ ਜਾਰੀ ਹੁੰਦੇ ਨੇ, ਪਰ ਇਹ ਜਿਹੜੇ ਮਹਾਸ਼ੇ ਹੈਗੇ ਹੈ ਇਹਨਾਂ ਨੇ ਇਹ ਲਾਏ ਹੋਏ ਹੈ 6/3/2018 ਦਿਖਾ ਕੇ 6/3/2018 ਦਿਖਾ ਕੇ। ਮਤਲਬ ਇਹ ਹੋ ਕੀ ਰਿਹਾ ਹੈ? ਸਰੇਆਮ ਮਤਲਬ ਧੱਕਾ ਹੋ ਰਿਹਾ ਹੈ, ਸਰੇਆਮ 2018 ਸਰੇਆਮ ਮੂਰਖ ਬਣਾਇਆ ਜਾ ਰਿਹਾ ਹੈ ਤੇ ਸਟੈਂਪਾਂ ਲੱਗੀਆਂ ਹੋਈਆਂ ਨੇ। ਇਸ਼ਾਨ ਠਾਕੁਰ ਜੀ ਨੂੰ ਵੀ ਕੋਈ ਪੁੱਛਣ ਵਾਲਾ ਹੋਵੇ, ਉਹਨਾਂ ਦਾ ਨੰਬਰ ਹੈ ਨਹੀਂ, ਜੇ ਹੁੰਦਾ ਮੈਂ ਉਹਨਾਂ ਨੂੰ ਵੀ ਜ਼ਰੂਰ ਪੁੱਛਦਾ। ਸਰ ਇਸ ਤੋਂ ਇਲਾਵਾ ਵੀ ਰੈਰਾ ਦਾ ਮੇਰੇ ਖਿਆਲ 'ਚ ਰੈਰਾ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਵੀ ਬੜੀ ਜ਼ਰੂਰੀ ਹੁੰਦੀ ਹੈ, ਕਿ ਉਹ ਹੋਈ ਹੈ ਇਹਨਾਂ ਦੀ? ਨਹੀਂ ਸਰ, ਦੈਟਸ ਅਨਦਰ ਇਸ਼ੂ। ਸੈਕਸ਼ਨ 3 ਰੇਰਾ ਦਾ ਕਹਿੰਦਾ ਹੈ ਕਿ ਜੇ ਕੋਈ ਵੀ ਬਿਲਡਰ ਹੈ, ਚਾਹੇ ਸਿਰਫ ਪ੍ਰਾਈਵੇਟ ਬਿਲਡਰਾਂ ਦੀ ਗੱਲ ਨਹੀਂ ਕਰ ਰਹੇ ਆਪਾਂ, ਪਬਲਿਕ ਅਥਾਰਟੀਜ਼ ਦੀ ਗੱਲ ਕਰ ਰਹੇ ਹਾਂ ਜਿਸ 'ਚ ਪੁੱਡਾ, ਗਮਾਡਾ, ਗਲਾਡਾ ਇਹ ਸਾਰੇ ਵੀ ਆਉਂਦੇ ਨੇ। ਐਂਡ ਰੇਰਾ ਸੈਂਟਰਲ ਐਕਟ ਹੈ, ਕੋਈ ਸਟੇਟ ਐਕਟ ਨਹੀਂ ਹੈਗਾ। ਉਹ ਇਹ ਮੈਂਡੇਟ ਕਰਦੀ ਹੈ ਕਿ ਵਿਦਆਊਟ ਰੇਰਾ ਰਜਿਸਟ੍ਰੇਸ਼ਨ ਜਦ ਤੱਕ ਪ੍ਰੋਜੈਕਟ 'ਤੇ ਰੇਰਾ ਨੰਬਰ ਨਹੀਂ ਚੜ੍ਹ ਜਾਂਦਾ ਤੁਸੀਂ ਪ੍ਰੋਜੈਕਟ ਦੀ ਐਡਵਰਟਾਈਜ਼ਮੈਂਟ ਵੀ ਨਹੀਂ ਕਰ ਸਕਦੇ। ਖਰੀਦਣਾ ਤੇ ਵੇਚਣਾ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਇਹ ਸਾਰੀ ਚੀਜ਼ਾਂ ਲੈ ਕੇ ਆਈਆਂ ਗਈਆਂ ਨੇ ਜਨਰਲ ਪਬਲਿਕ ਦੀ ਪ੍ਰੋਟੈਕਸ਼ਨ ਦੇ ਲਈ, ਤਾਂ ਕਿ ਕਿਸੇ ਨਾਲ ਧੋਖਾਧੜੀ ਨਾ ਹੋ ਸਕੇ। ਬਿਕਾਜ਼ ਰੇਰਾ ਇਜ਼ ਲਾਈਕ ਅ ਵਾਚ ਡੌਗ। ਰੇਰਾ ਵਾਚ ਡੌਗ ਹੈ ਸਾਰੇ ਬਿਲਡਰ ਪ੍ਰੋਜੈਕਟਸ ਦੇ ਲਈ। ਇਸ ਪ੍ਰੋਜੈਕਟ ਦੇ ਵਿੱਚ ਜਦ ਇਹਨਾਂ ਨੂੰ ਰੈਗੂਲਰਾਈਜੇਸ਼ਨ ਸਰਟੀਫਿਕੇਟ ਇਸ਼ੂ ਹੋਇਆ, ਪ੍ਰੋਵੀਜ਼ਨਲ ਰੈਗੂਲਰਾਈਜੇਸ਼ਨ ਸਰਟੀਫਿਕੇਟ ਇਸ਼ੂ ਹੋਇਆ, ਲੋਕਲ ਬਾਡੀ ਨੇ ਬਕਾਇਦਾ ਇਨਫੋਰਮੇਸ਼ਨ ਰੇਰਾ ਨੂੰ ਭੇਜੀ ਕਿ ਜੀ ਸਾਡੇ ਕੋਲ ਇਹ ਪ੍ਰੋਜੈਕਟ ਦਾ ਰੈਗੂਲਰਾਈਜੇਸ਼ਨ ਸਰਟੀਫਿਕੇਟ ਇਸ਼ੂ ਹੋਇਆ। ਰੇਰਾ ਨੇ ਬਕਾਇਦਾ ਇਹਨਾਂ ਨੂੰ ਨੋਟਿਸ ਕੱਢਿਆ ਕਿ ਜੀ ਤੁਹਾਨੂੰ ਰੈਗੂਲਰਾਈਜੇਸ਼ਨ ਸਰਟੀਫਿਕੇਟ ਇਸ਼ੂ ਕਰਵਾਇਆ ਹੈ। ਹੁਣ ਤੁਸੀਂ ਜਦ ਤੱਕ ਇਹ ਪ੍ਰੋਜੈਕਟ ਸਾਡੇ ਕੋਲ ਰਜਿਸਟਰਡ ਨਹੀਂ ਕਰਵਾ ਲੈਂਦੇ, ਨਾ ਤੁਸੀਂ ਇਸ ਦੀ ਐਡਵਰਟਾਈਜ਼ਮੈਂਟ ਕਰ ਸਕਦੇ ਹੋ, ਨਾ ਪ੍ਰਮੋਸ਼ਨ ਕਰ ਸਕਦੇ ਹੋ, ਨਾ ਪਰਚੇਸ ਸੀਲ ਕਰ ਸਕਦੇ ਹੋ। ਉਸ ਸਪੈਸੀਫਿਕ ਨੋਟਿਸ ਦੀ ਵਾਇਲੇਸ਼ਨ ਦੇ ਵਿੱਚ ਦੇ ਆਰ ਸੇਲਿੰਗ ਦ ਯੂਨਿਟਸ। ਇਹ ਅੱਜ ਦੀ ਡੇਟ ਦੇ ਵਿੱਚ ਆਕ੍ਰਿਤੀ ਕੰਪਲੈਕਸ ਆਲਮੋਸਟ ਸਾਰਾ ਵਿਕ ਚੁੱਕਿਆ ਹੈ ਤੇ ਅਮਰ ਐਨਕਲੇਵ ਜਿਹੜਾ ਹੈਗਾ ਉਹ ਵੇਚਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਉਹ ਰੇਰਾ ਦੀ ਵਾਇਲੇਸ਼ਨਸ ਦੇ ਵਿੱਚ ਲੋਕਾਂ ਤੋਂ ਪੈਸੇ ਲੈ ਰਹੇ ਨੇ, ਐਗਰੀਮੈਂਟ ਟੂ ਸੇਲ ਐਗਜ਼ੀਕਿਊਟ ਕਰ ਰਹੇ ਨੇ ਤੇ ਅੱਜ ਦੀ ਡੇਟ 'ਚ ਦੋਨੋਂ ਪ੍ਰੋਜੈਕਟਸ ਹਜੇ ਤੱਕ ਰਜਿਸਟਰਡ ਨਹੀਂ ਹੈਗੇ। ਮੇਰੇ ਖਿਆਲ 'ਚ ਇਹੀ ਲੈਟਰ ਹੈ ਰੈਰਾ ਦੀ ਜਿਹੜੀ ਆਈ ਹੋਈ ਹੈ ਜੀ 19/9/2022 ਦੀ। ਸਰ 19/2/2022 ਤੋਂ ਪਹਿਲਾਂ ਵੀ ਰੇਰਾ ਦੀ ਇੱਕ ਲੈਟਰ ਹੈ। ਇਹ ਲੈਟਰ ਰੇਰਾ ਨੇ ਤਦ ਕੱਢੀ ਜਦ ਰੇਰਾ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਕਿ ਜੀ ਤੁਹਾਨੂੰ ਇੱਕ 2018 ਵਿੱਚ ਵੀ ਪਹਿਲਾਂ ਇਹਨਾਂ ਨੇ ਇੱਕ ਲੈਟਰ ਕੱਢੀ ਸੀ ਜਿਸ 'ਚ ਤੁਹਾਨੂੰ ਕਿਹਾ ਸੀਗਾ ਕਿ ਪ੍ਰੋਜੈਕਟ ਰਜਿਸਟਰ ਕਰਵਾਓ, ਬਟ 3 ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਇਹਨਾਂ ਨੇ ਨਹੀਂ ਕਰਵਾਇਆ। ਰੇਰਾ ਨੇ ਮੁੜ ਇਹਨਾਂ ਨੂੰ ਲਿਖ ਕੇ ਦਿੱਤਾ ਕਿ ਜੀ ਤੁਸੀਂ ਬਕਾਇਦਾ ਸਾਡੇ ਨੂੰ 30 ਦਿਨਾਂ ਦੇ ਵਿੱਚ ਜਵਾਬ ਦਿਓ ਕਿ ਸੈਕਸ਼ਨ 59 ਦੀ ਪ੍ਰੋਸੀਡਿੰਗਸ ਤੁਹਾਡੇ ਉੱਤੇ ਕਿਉਂ ਨਾ ਇਨੀਸ਼ੀਏਟ ਕੀਤੀਆਂ ਜਾਣ। ਇਹਨਾਂ ਨੇ ਹਜੇ ਤੱਕ ਰੇਰਾ ਨੂੰ ਕੋਈ ਜਵਾਬ ਨਹੀਂ ਦਿੱਤਾ। ਸਰ ਇਹ ਕੁਝ ਚੀਜ਼ਾਂ ਨੇ, ਹਾਲਾਂਕਿ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਿਹੜੇ ਅਸਟਾਮ ਨੇ ਉਹ ਅਸਟਾਮ ਫਰੋਸ਼ ਨੂੰ ਹੀ 2019 ਜਾਰੀ ਹੋਏ ਨੇ ਤੇ 2018 ਦੇ ਵਿੱਚ ਜਾਂ 17 ਦੇ ਵਿੱਚ ਇਹਨਾਂ ਨੇ ਐਗਰੀਮੈਂਟ ਕਿਵੇਂ ਕੀਤੇ ਨੇ? 2018 ਦੇ ਵਿੱਚ, ਮਾਫ ਕਰਿਓ।
ਇਹ ਤਾਂ ਬਹੁਤ ਵੱਡਾ ਇੱਕ ਜੀ ਕਹਿੰਦੇ ਨੀਂਹ ਪੱਥਰ ਹੀ ਗਲਤ ਹੈ ਜੀ, ਨੀਂਹ ਪੱਥਰ ਹੈ ਹੀ ਨਹੀਂ, ਉਹਦੇ ਉੱਪਰ ਬਿਲਡਿੰਗ ਸਾਰੀ ਬਣਾਤੀ। ਉਸ ਤੋਂ ਇਲਾਵਾ ਵੀ ਸੁਣਨ 'ਚ ਆਇਆ ਵੀ ਜਿਹੜਾ ਆਕ੍ਰਿਤੀ ਕੰਪਲੈਕਸ ਵੀ ਹੈਗਾ ਹੈ ਜਾਂ ਅਮਰ ਐਨਕਲੇਵ ਵੀ ਹੈਗਾ, ਅਮਰ ਐਨਕਲੇਵ 2 BHK ਹੈਗਾ, ਪਰ ਜਿਹੜੀ ਐਡਵਰਟੀਜ਼ਮੈਂਟ ਸਾਡੇ ਕੋਲ ਜਿਹੜੇ ਸ਼ਾਰਟਸ ਪਏ ਨੇ, ਜਿਵੇਂ ਤੁਸੀਂ ਕਿਹਾ ਵੀ ਐਡਵਰਟੀਜ਼ ਨਹੀਂ ਕਰ ਸਕਦੇ ਜਦ ਤੱਕ ਇਹਨਾਂ ਕੋਲ ਰਜਿਸਟਰ ਨਹੀਂ ਕਰਦੇ ਇਹ, ਉਹ 3 BHK ਮੇਰੇ ਖਿਆਲ 'ਚ ਲਿਖ ਕੇ ਕਰ ਰਹੇ ਨੇ। ਉਸ ਤੋਂ ਇਲਾਵਾ ਆਕ੍ਰਿਤੀ ਵਾਲੇ ਜਿਹੜੇ ਹੈਗੇ ਨੇ ਉਹ ਮਾਰਕੀਟ ਪਲੇਸ ਤੇ ਜਿਹੜਾ ਨਕਸ਼ਾ ਹੈਗਾ ਹੈ ਸਿੰਗਲ ਸ਼ੋਰੂਮ ਇਹਦੇ ਕੱਲਿਆਂ ਦੇ ਪੌੜੀਆਂ ਨਿਕਲਣੀਆਂ ਨੇ, ਤੇ ਉਹਦਾ ਪੂਰਾ ਕੰਪਲੈਕਸ ਬਣਾਤਾ ਜੀ। ਬੇਸਮੈਂਟ ਵੀ ਇਹਨਾਂ ਨੇ ਬੜੀ ਵਧੀਆ ਸ਼ੋਰੂਮ ਬਣਾਏ ਹੋਏ ਨੇ। ਐਗਜ਼ੈਕਟਲੀ ਸਰ, ਇਹ ਐਕਚੁਅਲੀ ਨੈਸ਼ਨਲ ਬਿਲਡਿੰਗ ਬਾਇਲਾਜ਼ ਦੀ ਵਾਇਓਲੇਸ਼ਨਸ ਦੇ ਵਿੱਚ ਹੈ ਸਾਰੀਆਂ ਚੀਜ਼ਾਂ। ਸੋ ਫਿਰ ਤੋਂ ਇਹ ਚੀਜ਼ ਆਉਂਦੀ ਹੈ ਸਰ, ਕੰਪਲਾਇੰਸਿਸ ਨੂੰ ਇਲਿਊਟ ਕਰਨ ਲਈ ਕਿ ਇਹਨਾਂ ਨੂੰ ਜੋ ਕੰਪਲਾਇੰਸਿਸ ਹੈ ਉਹਨਾਂ ਦੀ ਪਾਲਣਾ ਨਾ ਕਰਨੀ ਪਵੇ ਤੇ ਸਰਕਾਰ ਨੂੰ ਜ਼ਿਆਦਾ ਪੈਸੇ ਨਾ ਦੇਣ ਪੈਣ। ਇਹ ਬਿਲਡਰਸ ਬਹੁਤ ਇਨੋਵੇਟਿਵ ਆਈਡੀਆ ਨਾਲ ਆਏ ਨੇ, ਵੀ ਮਸਟ ਐਪਰੀਸ਼ੀਏਟ them ਕਿ ਆਈਡੀਆ ਇਹਨਾਂ ਦਾ ਬਹੁਤ ਸੋਹਣਾ ਹੈ ਠੱਗੀ ਦਾ। ਤੇ ਇਹ ਕੀ ਕਰਦੇ ਨੇ ਸਰ, ਆਪਣਾ ਇੱਕ ਲੈਂਡ ਦਿਖਾ ਲਿਆ, ਲੈਂਡ ਤੇ ਦਿਖਾਤਾ ਕਿ ਜੀ ਸਾਨੇ 20 ਪਲਾਟਸ ਕੱਟੇ ਨੇ, 20 ਇੰਡੀਵਿਜੂਅਲ ਸ਼ੋਰੂਮਸ ਪਲਾਟ ਕੱਟੇ ਨੇ, ਨਕਸ਼ਾ ਵੀ 20 ਇੰਡੀਵਿਜੂਅਲ ਪਲਾਟਸ ਦਾ ਦਿਖਾਉਂਦੇ ਨੇ, ਬਟ ਉੱਥੇ 20 ਇੰਡੀਵਿਜੂਅਲ ਪਲਾਟਸ ਨਹੀਂ ਬਣਾਉਂਦੇ, ਇੱਕ ਸਿੰਗਲ ਹਾਈ ਰਾਈਜ਼ ਬਿਲਡਿੰਗ ਬਣਾ ਦਿੰਦੇ ਨੇ। ਹੁਣ ਉਸਦੇ ਨੁਕਸਾਨ ਕੀ ਨੇ ਸਰ? ਉਸਦੇ ਨੁਕਸਾਨ ਇਹ ਨੇ, ਪਹਿਲੀ ਗੱਲ ਤਾਂ ਉਹ ਪੂਰੀ ਦੀ ਪੂਰੀ ਬਿਲਡਿੰਗ ਦਾ ਨਕਸ਼ਾ ਹੀ ਨਹੀਂ ਪਾਸ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਜਿਹੜਾ ਨਕਸ਼ਾ ਪਾਸ ਸੀਗਾ ਉਹ ਸਿਰਫ ਇੰਡੀਵਿਜੂਅਲ ਪਲਾਟਸ ਦਾ ਸੀਗਾ, ਬਟ ਇਹਨਾਂ ਨੇ ਉਸ ਨਕਸ਼ੇ ਦੇ ਨਾਲ ਨਹੀਂ ਉਹ ਬਿਲਡਿੰਗ ਬਣਾਈ, ਇਹਨਾਂ ਨੇ ਪੂਰੀ ਇੱਕ ਸਿੰਗਲ ਹਾਈ ਰਾਈਜ਼ ਬਿਲਡਿੰਗ ਬਣਾਤੀ। ਹੁਣ ਜਦ ਤੁਸੀਂ ਸਿੰਗਲ ਹਾਈ ਰਾਈਜ਼ ਬਿਲਡਿੰਗ ਬਣਾ ਰਹੇ ਹੋ ਤਾਂ ਨੈਸ਼ਨਲ ਬਿਲਡਿੰਗ ਬਾਇਲਾਜ਼ ਲੱਗਣਗੇ, ਜੋ ਕਿ ਟੋਟਲੀ ਵਾਇਓਲੇਸ਼ਨ ਦੇ ਵਿੱਚ ਹੈ, ਕਿਉਂਕਿ ਨਕਸ਼ਾ ਹੀ ਨਹੀਂ ਪਾਸ ਹੋਇਆ ਤਾਂ ਨੈਸ਼ਨਲ ਬਿਲਡਿੰਗ ਬਾਇਲਾਜ਼ ਦੀ ਕੀ ਉਹ ਨੇ। ਇਨਫੈਕਟ ਤੁਸੀਂ ਸੁਣਿਆ ਹੋਣਾ ਸੁਪਰਟੈਕ ਦੇ ਜਿਹੜੇ ਟਵਿਨ ਟਾਵਰਸ ਵੀ ਟੁੱਟੇ ਹੋਏ ਸੀ, ਉਹ ਵੀ ਇਸੇ ਕਰਕੇ ਟੁੱਟੇ ਸੀਗੇ ਬਿਕੋਜ਼ ਉਹ ਨੈਸ਼ਨਲ ਬਿਲਡਿੰਗ ਬਾਇਲਾਜ਼ ਦੀ ਵਾਇਓਲੇਸ਼ਨ ਦੇ ਵਿੱਚ ਸੀ। ਉੱਥੇ ਤਾਂ ਕਾਰਵਾਈ ਹੋਗੀ ਨਾ ਸਰ, ਇੱਥੇ ਕਾਰਵਾਈ ਕੌਣ ਕਰੇ? ਕਾਰਵਾਈ ਸਰ ਚੱਲ ਰਹੀ ਹੈ, ਐਵਰੀਥਿੰਗ ਇਜ਼ ਇਨ ਪ੍ਰੋਸੈਸ, ਬਟ ਇਹ ਕਰਨ ਹੀ ਨਹੀਂ ਦੇ ਰਹੇ। ਹੁਣ ਤੁਹਾਡੇ ਵਰਗੇ ਮੀਡੀਆ ਪਰਸਨ ਜਿਹੜੇ ਸੱਚ ਨੂੰ ਅੱਗੇ ਰੱਖਣਾ ਚਾਹੁੰਦੇ ਨੇ, ਉਹ ਜਾਂਦੇ ਨੇ ਤਾਂ ਉਹਨਾਂ ਨਾਲ ਮਾਰਚ ਲੁਕੀ ਹੁੰਦੀ ਹੈ। ਮੀਡੀਆ ਪਰਸਨਸ ਦੇ ਕੈਮਰਾ ਖਿੱਚੇ ਜਾਂਦੇ ਨੇ, ਮਾਈਕ ਤੋੜੇ ਜਾਂਦੇ ਨੇ, SD ਕਾਰਡ ਕੱਢੇ ਜਾਂਦੇ ਨੇ ਤਾਂ ਕਿ ਰਿਕਾਰਡਿੰਗਸ ਨਾ ਦਿਖਾ ਸਕਣ। ਮੇਰੇ ਖਿਆਲ ਜਿਹੜੇ ਹੁਣ ਵਿਜੀਲੈਂਸ ਦੇ ਹੱਥੇ ਚੜੇ ਹੋਏ ਨੇ ਸਾਬਕਾ EO ਸਾਹਿਬ ਗਿਰੀਸ਼ ਵਰਮਾ ਜੀ, ਉਹ ਵੀ ਮੇਰੇ ਖਿਆਲ ਜ਼ੀਰਕਪੁਰ ਰਹਿ ਕੇ ਗਏ ਨੇ। ਬਿਲਕੁਲ ਸਰ, ਇਹ ਸਾਰਾ ਬਹੁਤ ਵੱਡਾ ਨੈਕਸਿਸ ਹੈ। ਇਨਫੈਕਟ ਇਸ ਦੇ ਉੱਤੇ ਤਾਂ CBI ਇਨਕੁਆਇਰੀ ਜਾਂ ਪ੍ਰੋਪਰ ਇੱਕ SIT ਇਨਕੁਆਇਰੀ ਹੋਣੀ ਚਾਹੀਦੀ ਹੈ, ਬਿਕੋਜ਼ ਜ਼ੀਰਕਪੁਰ ਪੂਰੀ ਬੈਲਟ ਦੇ ਵਿੱਚ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ, ਕਿਉਂਕਿ ਅਫਸਰਾਂ ਨੂੰ, ਜਿਹੜੇ ਕਰਪਟ ਅਫਸਰਸ ਨੇ, ਉਹਨਾਂ ਨੂੰ ਪੈਸੇ ਦੇ ਕੇ ਖਰੀਦਿਆ ਜਾਂਦਾ ਹੈ, ਉਹਨਾਂ ਤੋਂ ਗਲਤ ਚੀਜ਼ਾਂ ਦੀਆਂ ਪਰਮਿਸ਼ਨ ਲਈਆਂ ਜਾਂਦੀਆਂ ਨੇ, ਐਂਡ ਦੇ ਵਿੱਚ ਸਫਰ ਸਿਰਫ ਇੱਕ ਅਲੋਟੀ ਕਰਦਾ, ਜਿਹੜੇ ਇਨੋਸੈਂਟ ਬਾਇਰਸ ਨੇ ਉਹ ਸਫਰ ਕਰਦੇ ਨੇ, ਕਿਉਂਕਿ ਐਂਡ ਆਫ ਦ ਡੇ ਉਹਨਾਂ ਨੂੰ ਕਨੈਕਸ਼ਨ ਨਹੀਂ ਮਿਲਦੇ। ਹੁਣ ਮੈਂ ਪ੍ਰੋਜੈਕਟ ਦਾ ਨਾਮ ਨਹੀਂ ਲੂੰਗਾ, ਬਟ ਮੇਰੇ ਕੋਲ ਕਈ ਕੇਸਿਸ ਆਏ ਹੋਏ ਨੇ, ਉਹ ਲੋਕਾਂ ਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ। ਬਿਜਲੀ ਦਾ ਕਨੈਕਸ਼ਨ ਕਿਉਂ ਨਹੀਂ ਮਿਲ ਰਿਹਾ? ਬਿਕੋਜ਼ ਉਹ ਇਸੀ ਤਰ੍ਹਾਂ ਬਿਲਡਿੰਗ ਗਲਤ ਬਣਾਈ ਹੋਈ ਹੈ, ਇੱਕ ਸਿੰਗਲ ਹਾਈ ਰਾਈਜ਼ ਬਿਲਡਿੰਗ ਬਣਾਤੀ। ਕਮਰਸ਼ੀਅਲ ਦੇ ਵਿੱਚ ਇਹ ਸਿੰਗਲ ਹਾਈ ਰਾਈਜ਼ ਕੋ ਮਲਟੀ ਕੰਪਲੈਕਸ ਬਣਾ ਦਿੰਦੇ ਨੇ, ਰੈਜ਼ੀਡੈਂਸ਼ੀਅਲ ਦੇ ਵਿੱਚ ਸਰ ਇਹ ਮਤਲਬ ਜਿਹੜਾ ਹੈ ਹਾਊਸਿੰਗ ਗਰੁੱਪ ਦੇ ਵਿੱਚ ਆਉਣਾ ਚਾਹੀਦਾ ਹੈ, ਬਟ ਬਣਾਉਂਦੇ ਹਾਊਸਿੰਗ ਗਰੁੱਪ ਵਾਂਗ ਹੈ, ਬਟ ਔਨ ਪੇਪਰ ਦਿਖਾਉਂਦੇ ਨੇ ਕਿ ਇੰਡੀਵਿਜੂਅਲ ਪਲਾਟਸ ਲੱਗਿਆ ਹੋਇਆ ਹੈ। PSPCL ਵਾਲੇ ਖੁਦ ਦੇ ਹੀ ਲੋਕਲ ਬਾਡੀ ਦੇ ਕਿਤੇ ਜਿਹੜੀਆਂ ਇਹਨਾਂ ਦੀ ਪਰਮਿਸ਼ਨਸ ਨੇ, ਉਹਨਾਂ ਨੂੰ ਨਾ ਮੰਨਦੇ ਹੋਏ ਬਿਜਲੀ ਦੇ ਕਨੈਕਸ਼ਨ ਨਹੀਂ ਦਿੰਦੇ। ਈਵਨ ਆਕ੍ਰਿਤੀ ਕੰਪਲੈਕਸ ਦੇ ਵਿੱਚ ਵੀ ਅੱਜ ਦੀ ਡੇਟ 'ਚ ਅਗਰ ਕੋਈ ਜਾਵੇ ਤਾਂ ਉਸ ਨੂੰ ਬਿਜਲੀ ਦਾ ਕਨੈਕਸ਼ਨ ਮਿਲਣਾ ਹੀ ਨਹੀਂ ਹੈਗਾ। ਅੱਛਾ, ਇਹ ਤਾਂ ਕਿਸੇ ਨੂੰ ਦੱਸਦੇ ਵੀ ਨਹੀਂ ਹੋਣੇ ਨਾ ਵੀ ਅਸੀਂ ਤਾਂ ਫਰਜ਼ੀ ਐਗਰੀਮੈਂਟ ਦੇ ਕੇ, ਅਸੀਂ ਜਿਹੜੇ ਫਰਜ਼ੀ ਐਗਰੀਮੈਂਟ ਉਹ ਲਾਏ ਹੋਏ ਨੇ, ਅਸੀਂ ਤਾਂ ਸਰਕਾਰ ਨਾਲ ਵੀ ਧੋਖਾ ਕੀਤਾ ਹੋਇਆ ਹੈ, ਤੇ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਲੋਕਾਂ ਨਾਲ ਵੀ, ਜਿਹੜੇ ਬਾਇਰਸ ਨੇ, ਜੋ ਖਰੀਦਦੇ ਨੇ ਜਾਂ ਜੋ ਇਨਵੈਸਟ ਕਰਦੇ ਨੇ, ਉਹਨਾਂ ਨਾਲ ਵੀ ਧੋਖਾ ਹੀ ਕਰ ਰਹੇ ਨੇ। ਇਹ ਦੱਸਦੇ ਤਾਂ ਨਹੀਂ ਹੋਣਗੇ? ਕਿਸੇ ਨੂੰ ਵੀ ਨਹੀਂ ਦੱਸਦੇ ਸਰ। ਜੇ ਦੱਸ ਦੇਣ ਇਹਨਾਂ ਦਾ ਪ੍ਰੋਜੈਕਟ ਖਰੀਦੇਗਾ ਕੌਣ? ਇਟਸ ਆਲ ਅਬਾਊਟ ਮਨੀ ਮਾਰਕੀਟ। ਇਹ ਸਿਰਫ ਪ੍ਰੋਫਿਟ ਕਮਾਉਣ ਲਈ ਬੈਠੇ ਨੇ। ਇਹਨਾਂ ਨੂੰ ਜਿੱਥੇ ਜਿਸ ਹਿਸਾਬ ਨਾਲ ਪ੍ਰੋਫਿਟ ਕਮਾਉਣਾ, ਇਸ ਹਿਸਾਬ ਨਾਲ ਕਮਾਉਣਗੇ। ਉਹਦੇ ਲਈ ਫਿਰ ਜਿੰਨੀ ਰੂਲਸ ਐਂਡ ਰੈਗੂਲੇਸ਼ਨਸ ਦੀ ਵਾਇਓਲੇਸ਼ਨਸ ਹੋ ਰਹੀਆਂ ਨੇ, ਇਹਨਾਂ ਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਹੈ। ਨਾ ਸਰਕਾਰ ਦੀ ਪਰਵਾਹ ਹੈ, ਨਾ ਮੀਡੀਆ ਦੀ ਪਰਵਾਹ ਹੈ, ਨਾ ਲਾਅ ਦੀ ਪਰਵਾਹ ਹੈ, ਤੇ ਨਾ ਆਮ ਜਨਤਾ ਦੇ ਗੁੱਸੇ ਦੀ ਪਰਵਾਹ ਹੈ। ਅੱਛਾ, ਕੱਲ੍ਹ ਨੂੰ ਕਿਤੇ ਜਿਹੜੇ GBM ਬਿਲਟੈਕ ਪ੍ਰਾਈਵੇਟ ਲਿਮਟਿਡ ਵਾਲੇ ਆ, ਇਹਨਾਂ ਕਹਿਣ ਕਿ ਸਾਡਾ ਪੱਖ ਨਹੀਂ ਲਿਆ। ਵਕੀਲ ਸਾਹਿਬ ਸਾਹਮਣੇ ਵੀ ਅਸੀਂ 2 ਵਾਰ ਫੋਨ ਕੀਤੇ ਨੇ, ਵਕੀਲ ਸਾਹਿਬ ਗਵਾਹ ਨੇ। ਤੁਹਾਡੇ ਸਾਹਮਣੇ ਇੱਕ ਵਾਰ ਦੁਬਾਰਾ ਕਾਲ ਕਰਦੇ ਹਾਂ ਜੀ। ਜੋ ਸਾਨੂੰ ਜਾਣਕਾਰੀ ਮਿਲੀ ਹੈ, ਮਿਸਟਰ ਰੋਹਿਤ ਰਾਜਨ ਜਿੰਦਲ ਜੀ ਨੇ GBM ਬਿਲਟੈਕ ਤੋਂ। ਉਹਨਾਂ ਦਾ ਨੰਬਰ ਵੀ ਮੈਂ ਦੱਸ ਦੇਣਾ ਹੈ ਜੀ, 9872229999। ਕਿਤੇ ਕੱਲ੍ਹ ਨੂੰ ਇਹ ਨਾ ਕਹਿਣ ਵੀ ਮੈਨੂੰ ਤਾਂ ਫੋਨ ਆਇਆ ਹੀ ਨਹੀਂ। ਇੱਕ ਵਾਰ ਦੁਬਾਰਾ ਫੋਨ ਕਰਦੇ ਹਾਂ। ਵੈਸੇ ਇਹਨਾਂ ਨੂੰ ਸਵਾਲ ਲਿਖ ਕੇ ਵੀ ਮੈਂ ਪਾਏ ਹੋਏ ਨੇ, ਜੇ ਇਹ ਜਵਾਬ ਦੇ ਦੇਣ। ਤੇ ਵੈਸੇ ਵੀ ਰੋਹਿਤ ਜੀ, ਜੇ ਤੁਸੀਂ ਸਾਡੀ ਖਬਰ ਬਾਅਦ ਦੇ ਵਿੱਚ ਵੀ ਦੇਖੋਗੇ, ਜੀ ਆਇਆਂ ਨੂੰ ਕਦੋਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਵੀ ਦੇ ਸਕਦੇ ਹੋ। ਕੁਝ ਸਵਾਲ ਤੁਹਾਨੂੰ ਭੇਜੇ ਵੀ ਨੇ, ਮੈਸੇਜ ਕੀਤੇ ਹੋਏ ਨੇ, ਤੁਹਾਡੇ ਤੱਕ ਪਹੁੰਚ ਵੀ ਚੁੱਕੇ ਨੇ, ਡਿਲੀਵਰ ਹੋ ਚੁੱਕੇ ਨੇ, ਤੇ ਤੁਸੀਂ ਉੱਦਾਂ ਵੀ ਜਵਾਬ ਦੇ ਸਕਦੇ ਹੋ। ਬੈਲ ਜਾ ਰਹੀ ਹੈ, ਪਰ ਇਹ ਫੋਨ ਨਹੀਂ, ਪਹਿਲਾਂ ਵੀ ਨਹੀਂ ਚੱਕੇ ਉਹਨਾਂ ਨੇ ਫੋਨ। The person you're calling is not answering. Please. ਇਹ ਪਹਿਲੀ ਵਾਰ ਨਹੀਂ, ਤੀਜੀ ਵਾਰ ਹੋਇਆ। ਤੇ ਤੁਹਾਨੂੰ ਮੈਂ ਇੱਕ ਵਾਰ ਤੁਹਾਡੇ ਸਕਰੀਨ ਤੇ ਸਕਰੀਨਸ਼ਾਟ ਵੀ ਹੋਣਾ ਹੈ, ਜਿਹੜਾ ਇਹਨਾਂ ਨੂੰ ਮੈਸੇਜ ਮੈਂ ਕੀਤਾ ਹੋਇਆ ਹੈ।
ਤੇ ਮੈਸੇਜ ਵਿੱਚ ਸਾਫ਼ ਤੌਰ ਤੇ ਮੈਂ ਲਿਖਿਆ ਹੋਇਆ ਹੈ ਵੀ ਵੀ ਵੁੱਡ ਲਾਈਕ ਟੂ ਟੇਕ ਯੂਰ ਵਰਜਨ ਰਿਗਾਰਡਿੰਗ ਮੈਨਹੈਂਡਲਿੰਗ ਆਫ ਅ ਜਰਨਲਿਸਟ ਡੂਇੰਗ ਹਿਸ ਜੌਬ ਬਾਈ ਯੂਰ ਸਟਾਫ ਐਂਡ ਔਨ ਕੰਪਲੇਂਟ ਬਾਈ MC office whose officials came to inspect your site, that is Amar Enclave Zirakpur, against your staff. And about irregularities in Akriti complex and Amar Enclave, we have got to know that projects are being built and sold on forged and fabricated documents. You are requested to provide us with your version. ਤੇ ਥੱਲੇ ਇਹ ਵੀ ਲਿਖਿਆ ਕਿ ਅਸੀਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, 2-3 ਵਾਰ ਫੋਨ ਵੀ ਕੀਤੇ ਪਰ ਤੁਸੀਂ ਫੋਨ ਨਹੀਂ ਚੱਕਿਆ ਹੈ। ਤੇ ਹਲੇ ਵੀ ਮੈਂ ਕਹਿ ਰਿਹਾ ਜੀ ਆਇਆਂ ਨੂੰ, ਤੁਸੀਂ ਜਦੋਂ ਮਰਜ਼ੀ ਆਪਣਾ ਪੱਖ ਦੇ ਸਕਦੇ ਹੋ। ਸਰ ਇਹ ਤਾਂ ਪ੍ਰੋਜੈਕਟਸ ਜਿਹੜੇ ਹੁਣ ਚਲੋ ਤੁਹਾਡੀ ਬਦੌਲਤ ਲੋਕਾਂ ਸਾਹਮਣੇ ਆ ਰਹੇ ਨੇ ਵੀ ਲੋਕ ਅਵੇਅਰ ਹੋਣ ਤੇ ਐਸੇ ਪ੍ਰੋਜੈਕਟਸ ਵਿੱਚ ਇਨਵੈਸਟ ਨਾ ਕਰਨ। ਕੱਲ੍ਹ ਨੂੰ ਐ ਨਾ ਉਹ GBP ਵਾਲਾ ਹੱਲ ਹੋ ਜਾਵੇ ਫਿਰ, ਹੈ ਨਾ, ਲੋਕ ਪਛਤਾਣ ਵੀ ਅਸੀਂ ਪੈਸਾ ਕਿੱਥੇ ਫਸਾਇਆ ਹੈ, ਕਿਉਂਕਿ ਨੀਂਹ ਪੱਥਰ ਹੀ ਗਲਤ ਹੈ ਇਹਦਾ। ਤਾਂ ਸਰਕਾਰ ਨਾਲ ਜਿਹੜੇ ਬੰਦੇ ਧੋਖਾ ਕਰ ਸਕਦੇ ਨੇ, ਲੋਕ ਉਹਨਾਂ ਵਾਸਤੇ ਕੀ ਮਾਇਨੇ ਰੱਖਦੇ ਨੇ। ਤੇ ਇਸ ਤੋਂ ਇਲਾਵਾ ਵੀ ਕੋਈ ਪ੍ਰੋਜੈਕਟ ਹੈਗਾ ਕੋਈ ਇਹਨਾਂ ਦਾ ਜੋ ਅਪਕਮਿੰਗ ਪ੍ਰੋਜੈਕਟ ਹੈ ਜਿਸ ਨੂੰ ਇਹ ਪ੍ਰਮੋਟ ਕਰ ਰਹੇ ਹੋਣ, ਵੀ ਹੋ ਸਕਦਾ ਵੀ ਉੱਥੇ ਵੀ ਕੁਝ ਹੋ ਰਿਹਾ ਹੋਵੇ? ਸਰ ਜਿੰਨੀ ਮੈਨੂੰ ਨੌਲੇਜ ਹੈ, ਜਿਹੜੇ ਦੋਨੋਂ ਪ੍ਰੋਜੈਕਟਸ ਦੇ ਵਿੱਚ ਮੇਨ ਹੈਡ ਨੇ ਉਹ ਹੈਗੇ ਨੇ ਸ਼੍ਰੀ ਰੋਹਿਤ ਰਾਜਨ ਜੀ, ਤੇ ਉਹਨਾਂ ਦਾ ਇੱਕ ਕਮਿੰਗ ਪ੍ਰੋਜੈਕਟ ਆ ਰਿਹਾ ਹੋਰਾਈਜ਼ਨ, ਜਿਸ ਦੀ ਤੁਸੀਂ ਬਹੁਤ ਅੱਜ ਕੱਲ੍ਹ ਐਡਵਰਟਾਈਜ਼ਮੈਂਟਸ ਵਗੈਰਾ ਦੇਖ ਹੀ ਰਹੇ ਹੋਵੋਗੇ। ਤੇ ਜਿੰਨਾ ਅਸੀਂ ਪਤਾ ਕੀਤਾ ਹੋਰਾਈਜ਼ਨ ਦੇ ਵਿੱਚ ਜਦ ਇਹਨਾਂ ਨੇ ਰੇਰਾ ਨੰਬਰ ਲਿੱਤਾ, ਉਸ ਦੇ ਵਿੱਚ ਇਹਨਾਂ ਨੇ ਰੋਹਿਤ ਰਾਜਨ ਜੀ ਨੂੰ ਪ੍ਰਮੋਟਰ ਜਾਂ ਪਾਰਟਨਰ ਦਿਖਾਇਆ ਹੀ ਨਹੀਂ। ਬਾਕੀ ਦੋ ਪਾਰਟਨਰਸ ਹੈਗੇ ਨੇ, ਰੋਹਿਤ ਰਾਜਨ ਨੂੰ ਪਾਰਟਨਰ ਨਹੀਂ ਦਿਖਾਇਆ। ਹੁਣ ਉਹ ਕਿਸ ਕਾਰਨ ਨਾਲ ਨਹੀਂ ਦਿਖਾਇਆ ਸਾਨੂੰ ਨਹੀਂ ਪਤਾ ਹਜੇ, ਬਟ ਐਜ਼ ਪਰ ਰੇਰਾ ਰੂਲਸ ਐਂਡ ਰੈਗੂਲੇਸ਼ਨਸ ਇਹਨਾਂ ਨੂੰ ਪ੍ਰੋਪਰ ਡਿਸਕਲੋਜ਼ ਕਰਨਾ ਚਾਹੀਦਾ ਸੀਗਾ ਕਿ ਜੀ ਰੋਹਿਤ ਰਾਜਨ ਜੀ ਵੀ ਪ੍ਰਮੋਟਰ ਨੇ। ਮੇਰੇ ਹਿਸਾਬ ਨਾਲ ਇੱਕ ਰੀਜ਼ਨ ਇਹ ਹੋ ਸਕਦਾ ਨਾ ਦਿਖਾਉਣ ਦਾ, ਬਿਕੋਜ਼ ਰੇਰਾ ਅਥਾਰਟੀਜ਼ ਦੇ ਅੰਡਰ ਰੋਹਿਤ ਰਾਜਨ ਜੀ ਆਲਰੇਡੀ ਐਜ਼ ਅ ਡਿਫਾਲਟਰ ਆ ਚੁੱਕੇ ਨੇ ਅਮਰ ਇਨਕਲੇਵ ਤੇ ਆਕ੍ਰਿਤੀ ਦੇ ਵਿੱਚ। ਸੋ ਉਹਨਾਂ ਨੂੰ ਮੇਬੀ ਲੱਗਿਆ ਹੋਵੇ ਕਿ ਅਗਰ ਅਮਰ ਇਨਕਲੇਵ ਤੇ ਆਕ੍ਰਿਤੀ ਦੇ ਨਾਲ ਹੋਰਾਈਜ਼ਨ ਗਰੁੱਪ ਵੀ ਜੋੜਿਆ ਜਾਵੇ ਤਾਂ ਉਹਨਾਂ ਦੀ ਅੱਗੇ ਫਿਊਚਰ ਦੇ ਵਿੱਚ ਪਰਮਿਸ਼ਨਸ, ਰੂਲਸ ਐਂਡ ਰੈਗੂਲੇਸ਼ਨਸ, ਕੰਪਲਾਇੰਸਿਸ ਜਾਂ ਸੇਲ ਪਰਚੇਜ਼ ਅਫੈਕਟ ਹੋ ਸਕਦੀ ਹੈ। ਇਸ ਕਰਕੇ ਉਹਨਾਂ ਨੇ ਰੋਹਿਤ ਰਾਜਨ ਜੀ ਨੂੰ ਨਹੀਂ ਦਿਖਾਇਆ, ਜੋ ਕਿ ਬਹੁਤ ਸ਼ੌਕਿੰਗ ਹੈ, ਬਿਕੋਜ਼ MCA ਦੀ ਵੈਬਸਾਈਟ ਦੇ ਅਕੋਰਡਿੰਗ ਰੋਹਿਤ ਰਾਜਨ ਜੀ ਉਸ ਪ੍ਰੋਜੈਕਟ ਦੇ ਵਿੱਚ ਬਕਾਇਦਾ ਐਜ਼ ਅ ਪਾਰਟਨਰ ਹੈਗੇ ਨੇ ਜੀ। ਸੋ ਇਹ ਸਾਡੇ ਲਈ ਵੀ ਬਹੁਤ ਸ਼ੌਕਿੰਗ ਸੀਗਾ, ਬਿਕੋਜ਼ ਰੇਰਾ ਦੇ ਵਿੱਚ ਰੇਰਾ ਬਹੁਤ ਟਰਾਂਸਪੇਰੈਂਟ ਬਾਡੀ ਹੈ। ਰੇਰਾ ਦੇ ਵਿੱਚ ਜਿੰਨੇ ਵੀ ਪ੍ਰੋਜੈਕਟ ਰਜਿਸਟਰ ਹੁੰਦੇ ਨੇ, ਕੱਲੀ ਇਨਫੋਰਮੇਸ਼ਨ ਜੋ ਰੇਰਾ ਦੇ ਵਿੱਚ ਉਹ ਡਾਕੂਮੈਂਟ ਸਬਮਿਟ ਕਰਦੇ ਨੇ, ਰੇਰਾ ਦੀ ਵੈਬਸਾਈਟ 'ਤੇ ਆਨਲਾਈਨ ਅਵੇਲੇਬਲ ਹੈਗੀ ਹੈ। ਰੇਰਾ ਦਾ ਮਤਲਬ ਹੀ ਇਹੀ ਸੀਗਾ ਤਾਂ ਕਿ ਜਨਰਲ ਪਬਲਿਕ ਅਵੇਅਰ ਹੋ ਸਕੇ ਬਿਫੋਰ ਇਨਵੈਸਟਿੰਗ ਇਨ ਅ ਪ੍ਰੋਜੈਕਟ, ਕਿ ਪ੍ਰੋਜੈਕਟ ਦੇ ਬਾਰੇ ਸਾਰਾ ਕੁਝ ਪਤਾ ਲੱਗ ਸਕੇ। ਹੁਣ ਰੇਰਾ ਨੂੰ ਇਸ ਤਰ੍ਹਾਂ ਐਵੇਂ ਧੋਖਾ ਦੇਣਾ, ਮਤਲਬ ਸਾਨੂੰ ਨਹੀਂ ਲੱਗਦਾ ਕਿ ਇਹ ਠੀਕ ਗੱਲ ਹੈ। ਤੇ ਇਹ ਤਾਂ ਹੁਣ ਫਿਊਚਰ ਹੀ ਦੱਸੇਗਾ ਕਿ ਹੋਰ ਕੀ ਚੀਜ਼ਾਂ ਦੀ ਕੰਪਲਾਇੰਸਿਸ ਨਹੀਂ ਹੋਈਆਂ। ਬਟ ਇੱਕ ਜੋ ਮੇਜਰ ਕੰਪਲਾਇੰਸ ਨਹੀਂ ਹੋਈ ਉਹ ਇਹ ਹੈ ਕਿ ਐਜ਼ ਪਰ ਲਾਅ ਇਹਨਾਂ ਨੂੰ ਸਾਰਾ ਕੁਝ ਡਿਸਕਲੋਜ਼ ਕਰਨਾ ਚਾਹੀਦਾ ਸੀ, ਤੇ ਰੇਰਾ ਫਿਰ ਆਪਣੇ ਅਕੋਰਡਿੰਗ ਐਕਸ਼ਨਸ ਲੈਂਦੀ। ਬਿਕੋਜ਼ ਰੇਰਾ ਮੈਨੂੰ ਜਿੰਨਾ ਲੱਗਦਾ ਹੈ ਕਿ ਜ਼ਰੂਰ ਇਹਨਾਂ ਨੂੰ ਕਹਿੰਦੀ, ਡਾਇਰੈਕਸ਼ਨਸ ਦਿੰਦੀ ਕਿ ਤੁਸੀਂ ਆਲਰੇਡੀ 2 ਪ੍ਰੋਜੈਕਟਸ ਦੇ ਵਿੱਚ ਡਿਫਾਲਟ ਕਰ ਰਹੇ ਹੋ, ਕਿ ਇਸ ਦੇ ਵਿੱਚ ਤੁਸੀਂ ਪਹਿਲਾਂ ਉਹ 2 ਪ੍ਰੋਜੈਕਟਸ ਦੀ ਕੰਪਲਾਇੰਸਿਸ ਕੰਪਲੀਟ ਕਰੋ ਜਾਂ ਕੁਝ ਹੋਰ ਵੇ ਨਾਲ ਕਿਸੇ ਵੀ ਵੇ ਨਾਲ ਸਕਰੂਟਨੀ ਕਰਦੀ। ਬਟ ਇਹਨਾਂ ਨੇ ਉਸ ਚੱਕਰ ਦੇ ਵਿੱਚ ਉਸ ਚੀਜ਼ ਨੂੰ ਅਵੋਇਡ ਕਰਨ ਲਈ ਰੋਹਿਤ ਰਾਜਨ ਜੀ ਨੂੰ ਐਜ਼ ਅ ਪਾਰਟਨਰ ਜਾਂ ਐਜ਼ ਅ ਪ੍ਰਮੋਟਰ ਦਿਖਾਇਆ ਹੀ ਨਹੀਂ ਹੈਗਾ ਕਿਤੇ ਵੀ। ਇਹ ਤਾਂ ਪ੍ਰੋਜੈਕਟਸ ਨੇ, ਅਮਰ ਐਨਕਲੇਵ ਹੋ ਗਿਆ ਜਾਂ ਫਿਰ ਆਕ੍ਰਿਤੀ ਕੰਪਲੈਕਸ ਹੋ ਗਿਆ, ਜਿਵੇਂ ਹੁਣ ਹੋਰਾਈਜ਼ਨ ਬੈਲਮੌਂਟ ਦਾ ਵੀ ਜ਼ਿਕਰ ਕਰ ਰਹੇ ਨੇ ਵਕੀਲ ਸਾਹਿਬ। ਪਰ ਇਸ ਸਾਰੀ ਚੀਜ਼ ਨੂੰ ਲੈ ਕੇ ਜਦੋਂ ਅਸੀਂ MC ਆਫਿਸ ਪਹੁੰਚੇ ਜ਼ੀਰਕਪੁਰ ਦੇ ਵਿੱਚ, ਉੱਥੇ ਜਿਹੜੇ EO ਸਾਹਿਬ ਨੇ ਨਵੇਂ, ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਔਨ ਕੈਮਰਾ ਕੁਝ ਵੀ ਕਹਿਣ ਤੋਂ ਮਨਾ ਕੀਤਾ। ਹਾਲਾਂਕਿ ਪਹਿਲਾਂ ਤਾਂ ਪੱਲਾ ਝਾੜਦੇ ਨਜ਼ਰ ਆਏ ਵੀ ਸਾਡੇ ਵੱਲੋਂ ਜਿਹੜੀ ਕੰਪਲੇਂਟ ਹੈਗੀ ਹੈ ਉਹ ਗਈ ਹੋਈ ਹੈ ਪੁਲਿਸ ਨੂੰ, ਤੁਸੀਂ ਉਹਨਾਂ ਕੋਲੋਂ ਵਰਜਨ ਲਓ। ਤੇ ਮੈਂ ਕਿਹਾ ਜੀ ਉਹਦਾ ਪੁਲਿਸ ਦਾ ਪੱਖ ਹੈ ਨਾ, ਜਿਹੜੀ ਹੱਥੋਂ ਪਾਈ ਹੋਈ ਹੈ ਜਾਂ ਬੰਦਕ ਬਣਾਏ ਗਏ ਨੇ MC ਅਧਿਕਾਰੀ, ਪਰ ਜਿਹੜਾ ਧੋਖਾ ਬਿਲਡਰਸ ਨੇ ਜਾਂ ਕੰਪਨੀ ਨੇ ਜਾਲੀ ਐਫੀਡੇਵਿਟ ਬਣਾ ਕੇ ਸਰਕਾਰ ਦੇ ਨਾਲ ਕੀਤਾ, ਡਿਪਾਰਟਮੈਂਟ ਦੇ ਨਾਲ ਕੀਤਾ, ਉਹਦਾ ਜਵਾਬ ਤਾਂ ਤੁਸੀਂ ਦੋਗੇ ਨਾ, ਪੁਲਿਸ ਵਾਲਿਆਂ ਨੇ ਨਹੀਂ ਦੇਣਾ। ਫਿਰ ਉਹਨਾਂ ਨੇ ਕਿਹਾ ਵੀ ਮੇਰੇ ਨਾਲ SDO ਸਾਹਿਬ ਬੈਠੇ ਨੇ ਮੀਟਿੰਗ ਦੇ ਵਿੱਚ, ਸੁਖਵਿੰਦਰ ਸਿੰਘ ਜੀ, ਤੇ ਇਹ ਜਦੋਂ ਮੀਟਿੰਗ ਤੋਂ ਬਾਅਦ ਆਪਣੇ ਕਮਰੇ ਜਾਣ ਕੇ ਤੁਸੀਂ ਉਹਨਾਂ ਦਾ ਪੱਖ ਲਿਓ। ਤੇ ਉਸ ਤੋਂ ਬਾਅਦ ਅਸੀਂ ਸੁਖਵਿੰਦਰ ਜੀ ਕੋਲ ਗਏ, ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਜ਼ਰੂਰ ਸੁਣੋ। ਸਾਡੇ ਨਾਲ MC ਆਫਿਸ ਜ਼ੀਰਕਪੁਰ ਦੇ ਵਿੱਚ SDO ਸੁਖਵਿੰਦਰ ਸਿੰਘ ਜੀ ਨਾਲ ਨੇ, ਗੱਲਬਾਤ ਕਰਾਂਗੇ। ਸਰ, ਜਿਹੜੀ ਇੱਕ ਤਾਂ ਕੰਪਲੇਂਟ ਗਈ ਸੀ, ਕੋਈ ਮੁਲਾਜ਼ਮਾਂ ਨੂੰ ਬੰਦਕ ਬਣਾਇਆ ਗਿਆ ਹੈ ਅਮਰ ਐਨਕਲੇਵ ਦੇ ਵਿੱਚ, ਉਹ ਥੋੜ੍ਹਾ ਜਿਹਾ ਮਾਮਲਾ ਬਰੀਫ ਅਪ ਕਰੋਗੇ? ਇਹ ਪਹਿਲਾਂ ਹੀ ਨਾ EO ਸਾਹਿਬ ਨੇ ਥਾਣੇ ਲਿਖਤਾ ਲੈਟਰ, ਥਾਣੇ ਸੂਚਿਤ ਕੀਤਾ ਗਿਆ ਵੀ ਸਾਡੇ ਬੰਦੇ ਨੇ ਮਿਸਬਿਹੇਵ ਕੀਤਾ ਸੀਗਾ ਤੇ ਉਹਦੇ ਨਾਲ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਹ ਰੂਟੀਨ ਚੈੱਕਅਪ ਤੇ ਸੀਗੀ? ਹਾਂ, ਰੂਟੀਨ ਚੈੱਕਅਪ ਤੇ ਜਾਂਦੇ ਨੇ, ਡੇਲੀ ਜਾਂਦੇ ਨੇ ਜੀ। ਸਰ, ਉਹ ਜਿਹੜੇ ਅਮਰ ਐਨਕਲੇਵ ਹੋ ਗਿਆ, ਜਿਹੜਾ ਉਹ ਵਾਲਾ ਨਕਸ਼ਾ ਹੈਗਾ ਜਾਂ ਪ੍ਰੋਜੈਕਟ ਹੈਗਾ, ਤੇ ਉਸੇ ਕੰਪਨੀ ਦਾ ਇੱਕ ਆਕ੍ਰਿਤੀ ਕਰਕੇ ਪ੍ਰੋਜੈਕਟ ਹੈਗਾ, ਉਹਦੇ ਨੇੜੇ ਹੀ ਹੈ 500 ਮੀਟਰ ਤੇ। ਸਰ, ਉਹ ਜੋ RTI ਦੇ ਮਾਧਿਅਮ ਰਾਹੀਂ ਜਾਣਕਾਰੀ ਸਾਹਮਣੇ ਆਈ ਹੈ, ਜੋ 2018 ਸਰਕਾਰ ਨੇ ਪਾਲਿਸੀ ਕੱਢੀ ਸੀਗੀ ਅਨਆਥੋਰਾਈਜ਼ਡ ਨੂੰ ਆਥੋਰਾਈਜ਼ ਕਰਵਾਉਣ ਦੇ ਲਈ, 19 ਦੇ ਵਿੱਚ ਸਟੈਂਪ ਪੇਪਰ ਲਏ ਆ ਉਹਨਾਂ ਨੇ ਜੀ ਕੰਪਨੀ ਵਾਲਿਆਂ ਨੇ,
ਤੇ ਉਹ 18 ਬੈਕ ਡੇਟਡ ਬਣਵਾ ਕੇ ਤੇ ਉਹ ਆਰਟੀਆਈ ਦੇ ਮਾਧਿਅਮ ਨਾਲ ਇਹ ਗੱਲ ਹੋਈ ਹੈ। ਤੇ ਉਸ ਬਾਬਤ ਕੋਈ ਕਾਰਵਾਈ ਹੋਈ ਹੈ ਜੀ ਉਹਨਾਂ ਤੇ, ਜਾਂ ਜੇ ਨਹੀਂ ਹੋਈ ਤਾਂ ਕਿਉਂ ਨਹੀਂ ਹੋਈ? ਮੇਰੀ ਪੋਸਟਿੰਗ ਹੁਣੇ 2 ਮਹੀਨੇ ਪਹਿਲਾਂ ਇੱਥੇ ਹੋਈ ਹੈ। ਇਹ ਮੇਰੇ ਆਉਣ ਤੋਂ ਪਹਿਲਾਂ ਦਾ ਮਾਮਲਾ ਹੈ। ਇਸ ਸੰਬੰਧੀ ਸਾਡੇ ਹੈੱਡ ਆਫਿਸ ਤੋਂ ਪਹਿਲਾਂ ਹੀ ਇਨਕੁਆਇਰੀ ਚੱਲਦੀ ਹੈ, ਉੱਥੇ ਪਤਾ ਕਿਤੇ ਹਾਂ। ਤਾਂ ਇਹ ਸੀ ਐਸਡੀਓ ਸੁਖਵਿੰਦਰ ਜੀ ਦਾ ਪੱਖ। ਹਾਲਾਂਕਿ ਬੜੀ ਹੈਰਾਨੀ ਹੋਈ, ਸੁਖਵਿੰਦਰ ਜੀ ਕਹਿੰਦੇ ਵੀ 2 ਮਹੀਨੇ ਹੋਏ ਨੇ ਮੈਨੂੰ ਜੁਆਇਨ ਕੀਤਿਆਂ ਨੂੰ, ਮੈਨੂੰ ਹਲੇ ਨਹੀਂ ਪਤਾ। ਪਰ ਜਨਾਬ ਸਵਾਲ ਇਹ ਹੁੰਦਾ ਹੈ ਵੀ ਜਿਸ ਦਿਨ ਤੁਹਾਡੀ ਉੱਥੇ ਟ੍ਰਾਂਸਫਰ ਹੁੰਦੀ ਹੈ ਜਾਂ ਅਪਾਇੰਟਮੈਂਟ ਹੁੰਦੀ ਹੈ ਉਸ ਸੀਟ ਤੇ, ਤਨਖਾਹ ਤਾਂ ਉਸੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਨਾ। ਤੁਸੀਂ ਇਹ ਤਾਂ ਨਹੀਂ ਕਹਿੰਦੇ ਵੀ ਹਲੇ ਮੈਨੂੰ ਮਾਮਲਿਆਂ ਦਾ ਪਤਾ ਨਹੀਂ ਤੇ ਮੈਨੂੰ ਤਨਖਾਹ ਨਾ ਦਿਓ, ਜਿਸ ਦਿਨ ਮਾਮਲੇ ਪਤਾ ਲੱਗਣਗੇ ਉਦੋਂ ਤੋਂ ਤਨਖਾਹ ਲੈਣੀ ਸ਼ੁਰੂ ਕਰਾਂਗਾ ਮੈਂ। ਇੱਦਾਂ ਤਾਂ ਨਹੀਂ ਹੁੰਦਾ ਨਾ। ਖੈਰ ਮਾਮਲਾ ਬੜਾ ਹਾਈਲਾਈਟਿਡ ਹੈ ਤੇ ਬੜਾ ਕੁਝ ਹੋ ਚੁੱਕਿਆ ਖੁਦ ਐਮਸੀ ਅਧਿਕਾਰੀਆਂ ਦੇ ਨਾਲ। ਜੇ ਹੁਣ ਵੀ ਕੁਝ ਕਾਲੀਆਂ ਭੇਡਾਂ ਨੇ ਐਸੀ ਕੰਪਨੀਆਂ ਨੂੰ ਜਾਂ ਐਸੀ ਕੰਪਨੀਆਂ ਚਲਾਉਣ ਵਾਲਿਆਂ ਨੂੰ ਸ਼ੈਲਟਰ ਦਿੱਤੀ, ਤਾਂ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਭਗਵੰਤ ਮਾਨ ਸਾਹਿਬ ਹੀ ਜਵਾਬ ਦੇਣ ਵੀ ਆਖਰ ਇਹ ਬਦਲਾ ਕੈਸਾ ਬਦਲਾ ਹੈ ਭਗਵੰਤ ਮਾਨ ਸਾਹਿਬ, ਜਿੱਥੇ ਸਾਰਾ ਕੁਝ ਦੱਸਦਿਆਂ ਵੀ ਕੋਈ ਕਾਰਵਾਈ ਨਹੀਂ ਕਰਦਾ। ਇਹ ਤਾਂ ਉਹ ਹਾਲ ਹੋ ਗਿਆ ਹੈ ਬਈ ਜਦੋਂ ਮੈਂ ਵੀ ਐਸਡੀਓ ਸਾਹਿਬ ਦੇ ਸਾਹਮਣੇ ਕਾਗਜ਼ ਰੱਖੇ ਵੀ ਸਰ ਇਹ ਫੌਰਜ ਡਾਕੂਮੈਂਟ ਹੈ, ਆਰਟੀਆਈ ਨੇ ਕਿਹਾ ਹੈ, ਤਾਂ ਹੁਣ ਉਹ ਨੌਬਤ ਆ ਚੁੱਕੀ ਹੈ ਕਿ ਮੂੰਹ ਘੁਮਾ ਲੈਣਾ ਜੀ ਸਾਨੂੰ ਤਾਂ ਪਤਾ ਹੀ ਨਹੀਂ, ਆਪ ਪੜਤਾਲ ਕਰਨੀ ਨਹੀਂ। ਪਰ ਜੇ ਕੋਈ ਬੰਦਾ ਆਰਟੀਆਈ ਦੇ ਰਾਹੀਂ ਜਾਣਕਾਰੀ ਲੈ ਕੇ ਵੀ ਆਵੇ ਫਿਰ ਕਹਿਣਾ ਜੀ ਸਾਨੂੰ ਤਾਂ ਪਤਾ ਹੀ ਨਹੀਂ, ਦੂਜੇ ਪਾਸੇ ਕਰ ਦਿਓ ਫਿਰ ਸਾਨੂੰ ਤਾਂ ਪਤਾ ਹੀ ਨਹੀਂ। ਇਹ ਰਵੱਈਆ ਕਦੋਂ ਤੱਕ ਚੱਲਣਾ ਹੈ? ਕੀ ਕਾਰਵਾਈ ਹੋਏਗੀ ਜਾਂ ਫਿਰ ਨਹੀਂ? ਖੈਰ ਇਸ ਤੋਂ ਬਾਅਦ ਅਸੀਂ ਉਸ ਪੱਤਰਕਾਰ ਸਾਹਿਬ ਦੇ ਨਾਲ ਵੀ ਗੱਲ ਕੀਤੀ, ਸਰਦਾਰ ਬਲਜੀਤ ਮਰਵਾਹਾ ਜੀ ਦੇ ਨਾਲ, ਜਿਨ੍ਹਾਂ ਦੇ ਨਾਲ ਹੱਥੋਂ ਪਾਈ ਕੀਤੀ ਗਈ। ਉਹਨਾਂ ਦਾ ਕੈਮਰਾ ਖੋਇਆ ਗਿਆ, ਡਾਟਾ ਵੀ ਡਿਲੀਟ ਕੀਤਾ ਗਿਆ। ਇੱਕ ਵਾਰ ਉਹਨਾਂ ਦੇ ਨਾਲ ਕੀ ਕੁਝ ਹੋਇਆ ਹੈ ਤੁਸੀਂ ਉਹ ਵੀ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਜ਼ਰੂਰ ਸੁਣੋ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜਰਨਲਿਸਟ ਬਲਜੀਤ ਮਰਵਾਹਾ ਜੀ ਤੇ ਉਹਨਾਂ ਦੇ ਕੈਮਰਾ ਪਰਸਨ, ਜਿਨ੍ਹਾਂ ਦੇ ਨਾਲ ਮੈਨ ਹੈਂਡਲਿੰਗ ਹੋਈ ਹੈ ਤੇ ਕੰਪਲੇਂਟ ਵੀ ਦਿੱਤੀ ਗਈ ਹੈ। ਮਰਵਾਹਾ ਜੀ, ਮਾਮਲਾ ਕੀ ਸੀ, ਹੋਇਆ ਕੀ ਸੀ, ਤੁਹਾਡੇ ਨਾਲ ਕੀ ਹੋਇਆ ਹੈ ਤੇ ਤੁਸੀਂ ਉੱਥੇ ਗਏ ਕਿਉਂ ਸੀ? ਬਿਲਕੁਲ ਇਹ 22 ਦਸੰਬਰ ਦੀ ਗੱਲ ਹੈ। ਇਸ ਮਾਮਲੇ ਜਿਹੜੇ ਸ਼ਿਕਾਇਤਕਰਤਾ ਨੇ ਸਾਵਰ ਬੰਸਲ, ਉਹ ਸਾਡੇ ਕੋਲ ਆਉਂਦੇ ਆ, ਸਾਨੂੰ ਸਾਰੇ ਉਹ ਕਾਗਜ਼ੀ ਸਬੂਤ ਦਿੰਦੇ ਆ ਜੀ ਵੀ ਇੱਦਾਂ ਜਿਹੜਾ ਇਹ ਜ਼ੀਰਕਪੁਰ ਦੇ ਵਿੱਚ ਆਕ੍ਰਿਤੀ ਕਮਰਸ਼ੀਅਲ ਕੰਪਲੈਕਸ ਬਣਿਆ ਹੋਇਆ। ਰਜਿੰਦਰਪਾਲ ਗੁਪਤਾ ਨੇ, ਰੋਹਿਤ ਰਾਜਨ ਜਿੰਦਲ ਨੇ, ਇੱਕ ਆਸ਼ੂਤੋਸ਼ ਹੈ, ਕਈ ਦੇ ਹਿੱਸੇਦਾਰ ਮਾਲਕ ਹੈਗੇ ਨੇ ਸਾਰੇ। ਬਈ ਇਹਨਾਂ ਨੇ ਜਿਹੜਾ ਬਣਾਇਆ ਇਹ ਟੋਟਲੀ ਸਰਕਾਰ ਨੂੰ ਵੀ ਧੋਖਾ ਹੈ ਤੇ ਜਿਨ੍ਹਾਂ ਨੇ ਖਰੀਦਿਆ ਲੋਕਾਂ ਨਾਲ ਉਹਨਾਂ ਨਾਲ ਵੀ ਧੋਖਾ ਹੈ। ਤੇ ਬਿਲਕੁਲ ਇੱਕ ਮਤਲਬ ਆਪਾਂ ਕਹੀਏ ਫੋਰਜਰੀ ਤੇ ਠੱਗੀ ਤੇ ਜਿਹੜੀ ਹੈ ਬਿਲਡਿੰਗ ਇਹ ਪ੍ਰਿੰਸਸ ਸਾਰਾ ਖੜਾ ਹੋਇਆ, ਉੱਥੇ ਸ਼ਾਪਸ ਬਣੀਆਂ। ਉਹ ਠੱਗੀ ਕੀ ਸੀਗੀ ਕਿ ਇਹਨਾਂ ਨੇ ਜ਼ੀਰਕਪੁਰ ਨਗਰ ਕੌਂਸਲ ਤੋਂ ਮਨਜ਼ੂਰੀ ਲਈ ਕਿ ਅਸੀਂ ਜਿਹੜਾ ਇਹਦੇ ਵਿੱਚ ਸ਼ੋਰੂਮ ਬਣਾ ਕੇ ਵੇਚਾਂਗੇ। ਸਿੰਗਲ ਸ਼ੋਰੂਮ ਹੋਏਗਾ, ਉੱਪਰ ਤੋਂ ਹਲੇ ਤੱਕ ਇੱਕੋ ਮਾਲਕ ਹੋਏਗਾ, ਉਹ ਅੱਗੇ ਜੋ ਮਰਜ਼ੀ ਕਰੇ। ਪ੍ਰਾਈਵੇਟ ਪ੍ਰਾਪਰਟੀ ਸੀਗੀਆਂ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 27 ਸ਼ਾਪਸ ਹੁਣ ਉੱਥੇ ਬਣੀਆਂ ਹੋਈਆਂ ਨੇ। ਨਕਸ਼ੇ ਇਹਨਾਂ ਨੇ ਉਹ ਪਾਸ ਕਰਾ ਲਏ, ਇੱਕ ਵਾਰ ਦੀ 1 ਟਾਈਮ ਪੇਮੈਂਟ ਕਰਤੀ। ਜੋ ਸਾਨੂੰ ਸ਼ਿਕਾਇਤਕਰਤਾ ਨੇ ਦੱਸਿਆ ਸਾਵਰ ਬੰਸਲ ਦੇ ਜਿਹੜੇ ਪਿਤਾ ਹੈਗੇ ਨੇ ਸੁਭਾਸ਼ ਬੰਸਲ, ਉਹ ਬੇਸਿਕਲੀ ਸ਼ਿਕਾਇਤਕਰਤਾ ਨੇ, ਬੇਟਾ ਅੱਗੇ ਸਾਰਾ ਪ੍ਰੋਸੀਡ ਕਰ ਰਿਹਾ। ਤੇ ਜਦੋਂ ਅਸੀਂ ਉੱਥੇ ਸਾਈਟ ਤੇ ਜਾਂਦੇ ਆ, 22 ਦਸੰਬਰ ਦੀ ਸ਼ਾਮ ਦੀ ਗੱਲ ਹੈਗੀ ਹੈ, ਇਹ ਸਾਨੂੰ ਦਿਖਾਉਂਦੇ ਆ ਤੇ ਉਹ ਕਹਿੰਦੇ ਜੀ ਇਹਨਾਂ ਨੇ ਇੱਕ ਸ਼ੋਰੂਮ ਦੀ ਲੈ ਕੇ ਮਨਜ਼ੂਰੀ 3 ਸ਼ਾਪਸ ਬਣਾਤੀਆਂ, ਗਰਾਊਂਡ ਫਲੋਰ, ਫਸਟ ਫਲੋਰ, ਸੈਕੰਡ ਫਲੋਰ, ਤਿੰਨੋਂ ਅਲੱਗ-ਅਲੱਗ ਵੇਚਤੀਆਂ। ਅੰਡਰਸਟੂਡ ਆ ਕਿ ਸਰਕਾਰ ਨੂੰ ਰੈਵਨਿਊ ਘਟ ਗਿਆ, ਤੁਸੀਂ ਇੱਕ ਦੀ ਚੀਜ਼ ਲੈ ਕੇ ਤੇ 3 ਚੀਜ਼ਾਂ ਬਣਾ ਕੇ ਵੇਚਤੀਆਂ। ਤੇ ਉਹਦੇ ਵਿੱਚ ਕੀ ਸੀਗਾ ਕਿ ਸਟੇਅਰਸ ਜਿਹੜੀਆਂ ਪੌੜੀਆਂ ਹੋਣਗੀਆਂ ਕਾਮਨ ਹੋਣਗੀਆਂ, ਪਰ ਉਹ ਵੀ ਚੀਜ਼ਾਂ ਚੇਂਜ ਕਰਕੇ ਤੁਸੀਂ ਦੇਖੋ ਸਾਰੀਆਂ ਇਕੱਠੀਆਂ ਬਣਾ ਕੇ ਤੁਸੀਂ ਮੌਕਾ ਦੇਖ ਕੇ ਆਏ ਹੋਵੋਗੇ ਤੇ ਆਪਣਾ ਬਾਹਰ ਲੋਹੇ ਦੇ ਪੌੜੀ ਬਣਾਤੀ ਹੈ, ਸਾਂਝੀ ਪੌੜੀ ਕਰਤੀ ਹੈ। ਜੋ ਕਮੀਆਂ ਬੇਸਿਕ ਤੌਰ ਤੇ ਸਾਨੂੰ ਦੱਸੀਆਂ ਗਈਆਂ ਸੀਗੀਆਂ ਆਕ੍ਰਿਤੀ ਕਮਰਸ਼ੀਅਲ ਕੰਪਲੈਕਸ ਦੀਆਂ, ਅਸੀਂ ਉੱਥੇ ਚਲੇ ਜਾਂਦੇ ਆ, ਅਸੀਂ ਸਾਰਾ ਉਹ ਕਵਰ ਕਰ ਲੈਂਦੇ ਆ ਜਿੱਦਾਂ ਕਰਦੇ ਆ। ਮੇਰੇ ਕੈਮਰਾਮੈਨ ਅਸ਼ੋਕ ਮੇਰੇ ਨਾਲ ਸੀਗੇ ਉਦਣ। ਅਸੀਂ ਜਦੋਂ ਕਵਰ ਕਰ ਲੈਂਦੇ ਆ ਨਾ, ਤੇ ਜਦੋਂ ਅਸੀਂ ਡਿਊਰਿੰਗ ਦਾ ਸਾਵਰ ਬੰਸਲ ਦਾ ਅਸੀਂ ਗੱਲਬਾਤ ਕਰ ਰਹੇ ਸੀ, ਇੰਟਰਵਿਊ ਚੱਲ ਰਹੀ ਹੁੰਦੀ ਹੈ, ਤੇ ਉੱਥੇ 8 10 12 ਬੰਦੇ ਲਾ ਲਓ, ਦਰਜਨ ਹੋਣੇ, ਇਸ ਤੋਂ ਵੱਧ ਹੋਣਗੇ, ਦਰਜਨ ਤਾਂ ਸੀਗੇ, ਉਹ ਸਾਡੇ ਸਰਾਊਂਡਿੰਗ ਹੋ ਕੇ ਘੇਰਾ ਪਾਣਾ ਸ਼ੁਰੂ ਕਰ ਦਿੰਦੇ ਨੇ। ਮੈਂ ਜਦੋਂ 1 to 1 ਖਤਮ ਕੀਤਾ, ਇੰਟਰਵਿਊ ਖਤਮ ਕੀਤੀ, ਫਿਰ ਮੈਂ ਉਹਨਾਂ ਬੰਦਿਆਂ ਨੂੰ ਪੁੱਛਦਾ ਜਿਹੜੀ ਭੀੜ ਖੜੀ ਸੀ 10-12 ਬੰਦਿਆਂ ਦੀ, ਭਾਈ ਤੁਸੀਂ ਇਹ ਆਕ੍ਰਿਤੀ ਕਮਰਸ਼ੀਅਲ ਕੰਪਲੈਕਸ ਦੇ ਸਟਾਫ ਦੇ ਵੱਲੋਂ ਜਾਂ ਤੁਹਾਡਾ ਕੋਈ ਮਾਲਕ ਹੈ ਇੱਥੇ, ਕੋਈ ਚੇਅਰਮੈਨ MD ਜਾਂ ਤੁਹਾਡਾ ਕੋਈ ਦਫ਼ਤਰ ਹੈ ਇੱਥੇ ਜਿਹਦੇ ਕੋਲ ਜਾ ਕੇ ਅਸੀਂ ਇਹਦੇ ਬਾਰੇ ਬਿਆਨ ਲੈ ਸਕੀਏ, ਪੱਖ ਲੈ ਸਕੀਏ? ਉਹ ਕਹਿੰਦੇ ਨਹੀਂ ਜੀ ਨਹੀਂ, ਅਸੀਂ ਉਹਨਾਂ ਦੇ ਸਟਾਫ ਦੇ ਵਿੱਚੋਂ ਨਹੀਂ ਆ। ਇਸ ਤੋਂ ਬਾਅਦ ਮੈਨੂੰ ਕੋਈ ਵਿਅਕਤੀ ਦੱਸਦਾ ਜੀ ਕਿ ਸਾਹਮਣੇ ਉਹ ਲਾਈਟ ਬਲ ਰਹੀ ਹੈ, ਉਹਨਾਂ ਦਾ ਆਫਿਸ ਹੈਗਾ। ਅਸੀਂ ਉੱਧਰ ਤੁਰ ਪੈਂਦੇ ਹਾਂ, ਅਸ਼ੋਕ ਤੇ ਮੇਰਾ ਕੈਮਰਾਮੈਨ ਤੇ ਮੈਂ, ਤੇ ਜਦੋਂ ਅਸੀਂ ਜਾ ਰਹੇ ਹੁੰਦੇ ਆ ਉਹ ਭੀੜ ਸਾਡੇ ਵੱਲ ਪਿੱਛੇ ਆਂਦੀ ਹੈ। ਇੱਕ ਸਰਦਾਰ ਜਿਹਾ ਬੰਦਾ ਹੁਣ ਮੇਰੇ ਸਾਹਮਣੇ ਆ ਜੇ, ਮੈਂ ਉਹਨੂੰ ਪਛਾਣ ਵੀ ਲਵਾਂਗਾ, ਉਹ ਆਂਦਾ ਭੱਜਿਆ ਤੇ ਮੈਨੂੰ ਆਵਾਜ਼ ਮਾਰ ਕੇ, ਹਾਂ ਓਏ ਕੀ ਆ ਓਏ, ਕਿੱਧਰ ਓਏ ਕਿੱਧਰ ਓਏ, ਇੱਦਾਂ ਆ ਕੇ ਮੈਨੂੰ ਬੋਲਦਾ। ਤੇ ਮੈਂ ਵੀ ਫਿਰ ਉਹਨੂੰ ਉਸੇ ਟੋਨ 'ਚ ਗੱਲ ਕੀਤੀ, ਮੈਂ ਕਿਹਾ ਹਾਂ ਤੂੰ ਦੱਸ। ਉਹ ਆ ਕੇ ਮੇਰੇ ਹੱਥ 'ਚ ਸਨਾਈਜ਼ਰ ਮਾਈਕ ਪਕੜਿਆ ਹੋਇਆ ਸੀ, ਮੇਰੇ ਹੱਥ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕਰਦਾ। ਮੈਂ ਪਿੱਛੇ ਕਰਕੇ ਉਹਦੇ ਬਾਹ ਨੂੰ ਐ ਰੋਕ ਦਿੰਦਾ ਵੀ ਇਹ ਤੂੰ ਗਲਤ ਕੰਮ ਕਰ ਰਿਹਾ, ਪੱਤਰਕਾਰ ਹਾਂ ਅਸੀਂ, ਸਾਡਾ ਚੈਨਲ ਗਵਰਨਮੈਂਟ ਵੱਲੋਂ ਇੰਪੈਨਲਡ ਹੈਗਾ, ਕੋਈ ਇੱਦਾਂ ਨਹੀਂ ਹੈਗੇ ਅਸੀਂ, ਕੋਈ ਚਾਲੂ ਕੰਮ ਨਹੀਂ ਹੈ।
ਤੇ ਮੈਂ ਤੈਨੂੰ ਪੁੱਛ ਕੇ ਆਇਆ ਵੀ ਤੇਰਾ ਮਾਲਕ ਇੱਥੇ ਹੈ, ਕੋਈ ਚੇਅਰਮੈਨ ਹੈ ਤੇਰਾ, ਤੂੰ ਮਨਾ ਕਰ ਰਿਹਾ ਮੈਂ ਸਟਾਫ ਚੋਂ ਨਹੀਂ ਆ, ਤੇ ਹੁਣ ਆ ਤੂੰ ਕੀ ਕਰ ਰਿਹਾ? ਇਹ ਉਹੀ ਬੰਦਾ ਸੀ ਜਿਹੜਾ ਉਹ ਦਰਜਨ ਕੁ ਬੰਦੇ ਖੜੇ ਸੀ ਉਹਨਾਂ ਵਿੱਚੋਂ ਇੱਕ ਸੀ। ਸੀਗਾ ਹਾਂ, ਮੈਂ ਉਸੇ ਨੂੰ, ਅੱਛਾ ਇਤਫਾਕਨ ਮੈਂ ਉਸੇ ਨੂੰ ਪੁੱਛਦਾ ਭੀੜ 'ਚ ਬਈ ਤੁਸੀਂ ਉਹਦੇ ਸਟਾਫ ਚੋਂ, ਉਹੀ ਬੰਦਾ ਸੀ ਉਹ, ਇਸ ਕਰਕੇ ਮੈਂ ਚਿਹਰਾ ਤਾਂ ਯਾਦ ਹੀ ਹੈ ਮੈਨੂੰ ਉਹਦਾ। ਤੇ ਫਿਰ ਉਹ ਮੈਨੂੰ ਛੱਡ ਕੇ ਮੇਰੇ ਕੈਮਰਾਮੈਨ ਵੱਲ ਭੱਜਦਾ ਤੇ ਇਹਨਾਂ ਤੋਂ ਮਾਈਕ ਖੋਣ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਨੇ ਵੀ ਇਹ ਚੀਜ਼ ਸੋਚੀ, ਇਹਨਾਂ ਦੀ ਵੀ ਸਮਝਦਾਰੀ ਸੀਗੀ ਬਈ ਕਿਤੇ ਉਹ ਟੁੱਟ ਨਾ ਜਾਵੇ, ਦਫ਼ਤਰ ਦਾ ਇਕਵਿਪਮੈਂਟ ਹੈ, ਚੀਜ਼ ਹੈ, ਤੇ ਇਹਨਾਂ ਨੇ ਉਹ ਛੱਡ ਦਿੱਤਾ ਤੇ ਉਹ ਚੱਕ ਮਾਈਕ ਖੋ ਕੇ ਭੱਜ ਜਾਂਦਾ ਹੈ। ਭੱਜ ਕੇ ਉਹ ਆਫਿਸ ਦੇ ਵਿੱਚ ਸਾਈਡ 'ਚ ਵੜ ਜਾਂਦਾ ਤੇ ਮੈਂ ਕੈਮਰਾ ਖੋ ਕੇ ਭੱਜ ਜਾਂਦਾ। ਮਾਈਕ ਉਹ ਮੇਰਾ ਸਨਾਈਜ਼ਰ ਨਹੀਂ ਖੋ ਪਾਉਂਦਾ। ਤੇ ਫਿਰ ਮੈਂ ਤਲਖ ਹੋ ਗਿਆ ਤੇ ਮੈਂ ਉਹਨਾਂ ਨੂੰ ਸਿੱਧਾ ਉੱਥੇ ਖੜ ਕੇ ਮੈਂ ਕਿਹਾ ਵੀ 6 ਵੱਜ ਗਏ ਨੇ, 6:10 ਮੈਂ ਦੇ ਰਿਹਾ, 10 ਮਿੰਟ 'ਚ ਜੇ ਮੇਰੇ ਕੋਲ ਕੈਮਰਾ ਵਾਪਸ ਆ ਗਿਆ ਠੀਕ ਹੈ, ਨਹੀਂ ਤਾਂ ਫਿਰ ਜਾਣ ਦੇ ਰਹੇ ਹੋ। ਉਹ ਚਲੋ ਉਹਨਾਂ ਨੂੰ ਵੀ ਲੱਗਿਆ ਕਿ ਅਸੀਂ ਗਲਤ ਕਰ ਆਏ ਹਾਂ ਤੇ 5 ਮਿੰਟਾਂ ਬਾਅਦ ਕੈਮਰਾ ਮੇਰੇ ਕੋਲ ਵਾਪਸ ਆ ਜਾਂਦਾ ਹੈ। ਕੈਮਰਾ ਲੈ ਕੇ ਜਿਹੜਾ ਦਫ਼ਤਰ ਦੱਸਿਆ ਜਾ ਰਿਹਾ ਸੀ ਉਹਨਾਂ ਦਾ ਸ਼ੋਰੂਮ ਜਾਂ ਦਫ਼ਤਰ, ਉਹਦੇ ਵਿੱਚ ਵੜੇ ਨੇ? ਹਾਂ, ਉਹਦੇ ਵਿੱਚ ਹੀ ਵੜਦਾ ਤੇ ਉੱਥੇ ਸੀਸੀਟੀਵੀ ਕੈਮਰੇ ਲੱਗੇ ਨੇ? ਹਾਂ ਬਿਲਕੁਲ ਲੱਗੇ ਹੋਏ ਆ, ਜਿਹੜਾ ਸਾਨੂੰ ਦਫ਼ਤਰ ਦੱਸਿਆ ਗਿਆ ਸੀਗਾ ਉਸ ਦਫ਼ਤਰ 'ਚ ਲੱਗੇ ਹੋਏ ਆ। ਮਤਲਬ ਉਹ ਸਾਰਾ ਕੁਝ ਉੱਥੇ ਰਿਕਾਰਡ ਹੋਇਆ ਹੋਣਾ ਹੈ, ਪ੍ਰੂਵ ਹੈਗਾ ਹੈ। ਹੋਣਾ ਬਿਲਕੁਲ ਹੋਣਾ, ਰਾਤ ਦਾ ਹਨੇਰਾ ਸੀ, ਜਿਹੋ ਜਿਹਾ ਵੀ ਰਿਕਾਰਡ ਹੋਇਆ ਹੋਵੇ। ਤੇ ਈਵਨ ਕਿ ਉਹ ਕੈਮਰਾ ਵਾਪਸ ਕਰਨ ਤੋਂ ਬਾਅਦ ਉਹ 10-12 ਬੰਦੇ ਹੌਲੀ ਆਪਣੇ ਵਹੀਕਲ ਸਟਾਰਟ ਕਰਕੇ ਉੱਥੋਂ ਭੱਜਣਾ ਸ਼ੁਰੂ ਕਰ ਦਿੰਦੇ ਨੇ। ਉਹ ਆਫਿਸ ਦੀਆਂ ਬੱਤੀਆਂ ਵੀ ਬੁੱਝ ਜਾਂਦੀਆਂ ਨੇ। ਕੈਮਰਾ ਸਹੀ ਸਲਾਮਤ ਸੀ? ਕੈਮਰਾ ਸਹੀ ਸਲਾਮਤ ਸੀ, ਪਰ ਮੈਨੂੰ ਅਸ਼ੋਕ ਨੇ ਉਸੇ ਟਾਈਮ ਮੌਕੇ ਤੇ ਕੈਮਰਾ ਚੈੱਕ ਕੀਤਾ, ਕਹਿੰਦਾ ਜੀ 3 ਚੀਜ਼ਾਂ ਇਹਦੀਆਂ ਮਿਸਿੰਗ ਨੇ ਪਾਰਟ। ਇੱਕ ਤਾਂ ਇਹਦਾ ਮੈਮਰੀ ਕਾਰਡ ਨਹੀਂ ਇਹਦੇ ਅੰਦਰ, 64 GB ਦਾ ਕਾਰਡ ਸੀ ਸਾਡਾ। ਨੰਬਰ 2 ਤੇ ਇਹਦੇ ਵਿੱਚ ਆਪਣਾ ਸਨਾਈਜ਼ਰ ਦਾ ਪਾਰਟ ਮਾਈਕ ਦਾ ਜਿਹੜੇ ਕੈਮਰੇ 'ਚ ਲੱਗਦਾ ਉਹ ਨਹੀਂ ਹੈ, ਤੇ ਇੱਕ ਬੈਟਰੀ ਨਹੀਂ ਹੈਗੀ ਹੈ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ 3 ਚੀਜ਼ਾਂ ਤੁਸੀਂ ਅੱਧੀਆਂ ਅਧੂਰੀਆਂ ਜਿਹੜੀਆਂ ਸਾਨੂੰ ਦਿੱਤੀਆਂ ਇਹ ਸਾਡੀਆਂ ਪੂਰੀਆਂ ਮੋੜੋ। ਤੇ ਉਹ ਬੱਤੀਆਂ ਬੰਦ ਕਰਕੇ ਨਿਕਲ ਜਾਂਦੇ। ਇੱਕ ਬੰਦਾ ਜਿਹੜਾ ਸਾਨੂੰ ਕਹਿ ਰਿਹਾ ਹੁੰਦਾ ਕਹਿੰਦਾ ਜੀ ਆ ਜਾਏਗਾ, ਵਾਪਸ ਆ ਜਾਏਗਾ ਕਹਿ ਕੇ ਸਭ ਚਲੇ ਜਾਂਦੇ ਆ। ਫਿਰ ਜੋ ਮੈਨੂੰ ਉੱਥੋਂ ਨੰਬਰ ਪਤਾ ਲੱਗਦਾ, ਰਜਿੰਦਰਪਾਲ ਗੁਪਤਾ ਇਹਨਾਂ ਦੇ ਮਾਲਕ ਹੈਗੇ ਨੇ, ਵਨ ਆਫ ਦਾ ਜਿਹੜਾ ਹਿੱਸੇਦਾਰ ਨੇ ਇਹਨਾਂ ਦੇ ਮਾਲਕ ਨੇ, ਉਹਨਾਂ ਨੂੰ ਮੈਂ ਕਾਲ ਕਰਦਾ। ਉਹ ਆਪਣੇ ਕੋਲ ਉਹ ਵੀ ਰਿਕਾਰਡਿੰਗ ਸਾਰੀ ਪਈ ਹੈ ਸਾਡੇ ਕੋਲ, ਜਿਸ 'ਚੋਂ ਪਹਿਲਾਂ ਮੰਨਦੇ ਨਹੀਂ ਹੈ ਕਿ ਮੇਰਾ ਸਟਾਫ ਹੈ, ਮੇਰਾ ਦਫ਼ਤਰ ਨਹੀਂ ਹੈ, ਕਹਿੰਦੇ ਆ ਜੀ ਇਹ ਮੇਰਾ ਪ੍ਰੋਜੈਕਟ ਹੀ ਨਹੀਂ ਹੈਗਾ ਜੀ, ਮੇਰਾ ਇਹ ਸਟਾਫ ਹੀ ਨਹੀਂ ਹੈ ਜੀ, ਮੇਰਾ ਇਹ ਦਫ਼ਤਰ ਹੀ ਨਹੀਂ ਹੈ ਜੀ। ਫਿਰ ਜਦੋਂ ਮੈਨੂੰ ਕਨਵਿੰਸ ਕਰਦਾ ਫਿਰ ਉਸ ਚੀਜ਼ 'ਤੇ ਐਗਰੀ ਹੋ ਜਾਂਦੇ ਆ ਕਿ ਜੀ ਕਿ ਤੁਹਾਡਾ ਜਿਹੜਾ ਸਮਾਨ ਹੈ, ਮੈਮਰੀ ਕਾਰਡ ਹੈ, ਉਸ 'ਚੋਂ ਅਸੀਂ ਕੁਝ ਵੀ ਡਿਲੀਟ ਨਹੀਂ ਕਰਾਂਗੇ ਤੇ ਬਾਇਜ਼ਤ ਤੁਹਾਨੂੰ ਅਸੀਂ ਮੋੜ ਦਾਂਗੇ। ਉਹ ਇਹ ਗੱਲ ਨੂੰ ਮੰਨ ਗਏ ਵੀ ਮੈਮਰੀ ਕਾਰਡ ਉਹਨਾਂ ਦੇ ਕੋਲ ਜਾਂ ਉਹਨਾਂ ਦੇ ਸਟਾਫ ਕੋਲ ਹੈਗਾ ਹੈ ਤੇ ਅਸੀਂ ਡਿਲੀਟ ਨਹੀਂ ਕਰਾਂਗੇ। ਕਹਿੰਦੇ ਜੀ ਅਸੀਂ ਕਿੱਦਾਂ ਮੰਨੀਏ ਜੀ, ਮੇਰਾ ਇੱਥੇ ਸਟਾਫ ਮੇਰਾ ਨਹੀਂ ਹੈ, ਤੁਸੀਂ ਨਾਮ ਦੱਸੋ ਜੀ, ਫਲਾਨਾ ਜੀ, ਢਿਮਕਾ ਜੀ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਜੇ ਮੈਨੂੰ ਇੱਥੇ, ਮੈਂ ਤਾਂ ਇੱਥੇ ਖੜਿਆ ਇਸ ਟਾਈਮ, ਤੇ ਮੈਨੂੰ ਜੋ ਉੱਥੇ ਦੱਸ ਰਹੇ ਨੇ ਲੋਕ, ਮੈਂ ਉਸੇ ਆਧਾਰ ਤੇ ਗੱਲ ਕਰ ਰਿਹਾ ਔਰ ਇੱਥੋਂ ਨਿਕਲੇ ਨੇ। ਮੈਂ ਕਿਹਾ ਫਿਰ ਤੁਹਾਡੇ ਦਫ਼ਤਰ ਦੇ ਵਿੱਚ ਵੀ CCTV ਲੱਗੇ ਨੇ, ਤੁਸੀਂ ਉਹ ਚੈੱਕ ਕਰਾ ਲਿਓ ਵੀ ਉਹਦੇ 'ਚ ਅਸੀਂ ਨਜ਼ਰ ਆ ਰਹੇ ਹਾਂ ਕਿ ਨਹੀਂ ਆ ਰਹੇ ਹੈਗੇ ਆ। ਤੇ ਸਾਡੇ ਜਿਹੜਾ ਕੈਮਰਾ ਸੀਗਾ, ਇੱਕ ਮੈਂ ਇਹਦੀ ਬਹਾਦਰੀ ਦੀ ਗੱਲ ਵੀ ਕਰਾਂਗਾ, ਜਿਸ ਤਰ੍ਹਾਂ ਉਹ ਖਿੱਚ ਤੂੰ ਹੋ ਰਹੀ ਸੀ, ਧੱਕੇਸ਼ਾਹੀ ਹੋ ਰਹੀ ਸੀ, ਧੱਕਾ ਮੁੱਕੀ, ਇਹ ਮੁੰਡੇ ਨੇ ਕੈਮਰਾ ਨਹੀਂ ਬੰਦ ਕੀਤਾ। ਸਾਡੇ ਕੈਮਰੇ 'ਚ ਵੀ ਸਭ ਕੁਝ ਰਿਕਾਰਡ ਹੋ ਗਿਆ ਸੀ ਜੋ ਸਾਡਾ ਪਰਸਨਲ ਸੀ। ਉਹ ਉਹਨਾਂ ਨੇ ਕਿਉਂਕਿ ਲਿਜਾ ਕੇ ਫੁਟੇਜ ਦੇਖੀ ਹੋਣੀ, ਉਹਨਾਂ ਨੇ ਕਿਹਾ ਅਸੀਂ ਤਾਂ ਫਸ ਰਹੇ ਆ ਇਹਦੇ 'ਚ। ਉਹ ਇਸੇ ਕਰਕੇ ਉਹਨਾਂ ਦੀ ਮਨਸ਼ਾ ਸੀਗੀ। ਔਰ ਕਿਉਂਕਿ ਕਹਿੰਦੇ ਨਾ ਪੰਜਾਬੀ 'ਚ ਕਹਿੰਦੇ ਚੋਰ ਦੇ ਪੈਰ ਨਹੀਂ ਹੁੰਦੇ, ਤੇ ਉਹ ਅਸੀਂ ਕਵਜ ਕਰਕੇ ਉਸ ਤੋਂ ਬਾਅਦ ਸਾਰਾ ਘਟਨਾਕ੍ਰਮ ਖਤਮ ਹੁੰਦਾ। ਰਜਿੰਦਰਪਾਲ ਗੋਇਲ ਮੈਨੂੰ ਫੋਨ ਤੇ ਕਹਿੰਦਾ ਜੀ ਤੁਹਾਡਾ ਸਮਾਨ ਵਾਪਸ ਹੋ ਜਾਏਗਾ। ਚਲੋ ਗੱਲ ਖਤਮ ਹੋ ਜਾਂਦੀ ਹੈ। ਫਿਰ ਮੈਂ ਪੁਲਿਸ ਨੂੰ ਕਾਲ ਕਰਦਾ, 112 ਤੇ ਮੈਂ ਕਾਲ ਕੀਤੀ, ਪੁਲਿਸ ਆਂਦੀ ਹੈ ਸਾਰੀ, ਉਹਨਾਂ ਨੂੰ ਰਿਟਰਨ 'ਚ ਕੰਪਲੇਂਟ ਦਿੰਦਾ ਮੈਂ ਉੱਥੇ ਖੜ ਕੇ। ਅਸੀਂ ਫਿਰ ਵਾਪਸ ਆ ਜਾਂਦੇ ਹਾਂ। ਔਰ ਬਿਟਵੀਨ ਜਦੋਂ ਅਸੀਂ ਵਾਪਸ ਆ ਰਹੇ ਸੀਗੇ ਤਾਂ ਹਾਲੇ ਮੈਂ ਘਰ ਪਹੁੰਚਦਾ ਵੀ ਨਹੀਂ ਆ ਪੂਰੀ ਤਰ੍ਹਾਂ ਨਾਲ, ਤੇ ਮੈਨੂੰ ਕਾਲ ਆ ਜਾਂਦੀ ਹੈ ਇੱਕ ਬੰਦੇ ਦੀ, ਉਹ ਮੇਰਾ ਵੀ ਜਾਣਕਾਰ ਹੈ, ਉਹਨਾਂ ਦਾ ਵੀ ਜਾਣਕਾਰ ਹੈ। ਉਹ ਕਹਿੰਦਾ ਹੈ ਜੀ ਕਿ ਉਹ ਆਪਣੀ ਗਲਤੀ ਮੰਨ ਰਹੇ ਨੇ, ਗਲਤੀ ਹੋ ਗਈ, ਤੁਹਾਡਾ ਸਮਾਨ ਮੋੜਨਾ ਚਾਹੁੰਦੇ ਨੇ। ਮੈਂ ਕਿਹਾ ਚਲੋ ਸਮਾਨ ਤਾਂ ਮੋੜਨਾ ਹੀ ਮੋੜਨਾ, ਪਰ ਉਹਨਾਂ ਨੇ ਇੱਕ ਚੀਜ਼ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਹੈ। ਜਦ ਅਸੀਂ ਸਟਾਫ ਨੂੰ ਅੰਦਰ ਵੜਨ ਤੋਂ ਪਹਿਲਾਂ ਪੁੱਛ ਰਹੇ ਹਾਂ ਤੇ ਫਿਰ ਵੀ ਸਾਡੇ ਨਾਲ ਇੱਦਾਂ ਬਦਤਮੀਜ਼ੀ ਕੀਤੀ ਹੈ ਉਹਨੇ। ਚੋਰੀ ਤੇ ਉਤੋਂ ਸੀਨਾ ਜ਼ੋਰੀ। ਉਹ ਕਹਿੰਦਾ ਜੀ ਅਸੀਂ ਗਲਤੀ ਮੰਨ ਰਿਹਾ ਸਟਾਫ। ਫਿਰ ਸ਼ਨੀਵਾਰ ਦਾ ਟਾਈਮ ਤੈਅ ਹੋਇਆ ਸੀਗਾ, ਹਾਲਾਂਕਿ ਸ਼ੁੱਕਰਵਾਰ ਹੀ ਕਹਿੰਦੇ ਤੁਹਾਡੇ ਕੋਲ ਆ ਰਹੇ ਆ, ਪਰ ਸ਼ੁੱਕਰਵਾਰ ਨੂੰ ਜਿਹੜਾ ਵਿੱਚ ਵਿਚੋਲਾ ਪਾਇਆ ਹੁੰਦਾ ਉਹਦੀ ਮਦਰ ਦੀ ਅਚਾਨਕ ਤਬੀਅਤ ਖਰਾਬ ਹੋ ਗਈ, ਜੋ ਮੈਨੂੰ ਦੱਸਿਆ ਜਾਂਦਾ। ਕਹਿੰਦਾ ਜੀ ਮਾਂ ਦੀ ਤਬੀਅਤ ਖਰਾਬ ਹੋ ਗਈ, ਇਹਨਾਂ ਨੂੰ ਦਾਖਲ ਕਰਾਉਣਾ, ਹਸਪਤਾਲ ਜਾ ਰਿਹਾ। ਚਲੋ ਠੀਕ ਹੈ। ਫਿਰ ਸ਼ਨੀਵਾਰ ਉਹ ਖੁਦ ਕਾਲ ਕਰਕੇ ਆ ਜਾਂਦੇ ਨੇ ਆਪਣੇ ਕੋਲ, ਚੰਡੀਗੜ੍ਹ ਮੇਰੇ ਦਫ਼ਤਰ ਆਉਂਦੇ ਨੇ। ਆਸ਼ੂਤੋਸ਼ ਮੈਨੂੰ ਨਾਂ ਦੱਸਿਆ ਗਿਆ, ਜਿਹੜਾ ਇੱਕ ਵਿਅਕਤੀ ਨਾਲ ਆਉਂਦਾ, ਕਹਿੰਦੇ ਜੀ ਇਹਦਾ ਗੋਇਲ ਉਹਨਾਂ ਦਾ, ਰਾਜਨ ਉਹਨਾਂ ਦਾ ਇਹ ਆਪਣਾ ਹਿੱਸੇਦਾਰ ਪਾਰਟਨਰ ਹੈ ਜੀ, ਕਾਰੋਬਾਰੀ ਹੈ, ਜਿਹਨੂੰ ਭੇਜਿਆ ਜੀ। ਉਹ ਆਉਂਦੇ ਨੇ, ਸਮਾਨ ਜਿਹੜਾ ਹੈਗਾ ਆਪਣਾ ਮੋੜ ਕੇ ਚਲੇ ਜਾਂਦੇ ਨੇ। ਫਿਰ ਉਹ ਮੈਨੂੰ ਕਹਿੰਦੇ ਜੀ ਹੁਣ ਦੱਸੋ ਜੀ ਬਈ ਇਹਦਾ ਮਸਲੇ ਦਾ ਹੱਲ ਕਿੱਦਾਂ ਕਰਨਾ, ਕਿਉਂਕਿ ਪੁਲਿਸ ਨੂੰ ਸ਼ਿਕਾਇਤ ਸਾਡੀ ਅੱਜ ਵੀ ਪਈ ਹੈ। ਜਿਹੜੇ SHO ਜੀਰਕਪੁਰ ਨੇ ਦੀਪਿੰਦਰ ਸਿੰਘ, ਮੇਰੇ ਕੇਸ ਦੀ ਜਿੱਦਣ ਗੱਲ ਹੋਈ ਹੈ ਆਪਣਾ ASI ਜਸਵਿੰਦਰ ਸਿੰਘ ਮੌਕੇ ਤੇ ਆਉਂਦੇ ਨੇ, ਸਾਰੀ ਕਾਰਵਾਈ ਕਰਦੇ ਨੇ। ਦੀਪਿੰਦਰ ਸਿੰਘ SHO ਨੂੰ ਵੀ ਪਤਾ ਹੈ, ਬਿਕਰਮਜੀਤ ਸਿੰਘ ਬਰਾੜ ਜਿਹੜੇ ਡਿਪਟੀ SP ਨੇ ਉਸ ਏਰੀਏ ਦੇ, ਉਹਨਾਂ ਨੂੰ ਵੀ ਪਤਾ ਹੈ। ਉਸ ਤੋਂ ਉੱਪਰ ਜਿਹੜੇ DIG ਰੂਪਨਗਰ ਰੇਂਜ ਨੇ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ, ਉਹਨਾਂ ਨੂੰ ਵੀ ਸਾਰੀ ਗੱਲ ਪਤਾ ਹੈ। ਤਿੰਨਾਂ ਅਫਸਰਾਂ ਨੂੰ ਨੌਲੇਜ ਹੈਗੀ ਹੈ। ਔਰ ਖੁਦ ਮੈਨੂੰ ਤਾਂ ਬਿਕਰਮਜੀਤ ਬਰਾੜ ਦੀ, ਡਿਪਟੀ ਸਾਹਿਬ ਦੀ ਤੇ SHO ਦੀ ਮੈਨੂੰ ਕਾਲ ਆਈ ਸੀ ਤੁਹਾਡੇ ਨਾਲ ਕੀ ਹੋਇਆ, ਕਿਉਂਕਿ ਜਦੋਂ ਮੈਂ 112 ਤੇ ਕੰਪਲੇਂਟ ਪਾਤੀ ਸੀਗੀ। DIG ਸਾਹਿਬ ਨੂੰ ਜ਼ਰੂਰ ਮੈਂ ਫੋਨ ਕਰਕੇ ਦੱਸਿਆ ਸੀ ਵੀ ਆਹ ਹੋ ਗਿਆ ਜੀ ਸਾਡੇ ਨਾਲ। ਭੁੱਲਰ ਸਾਹਿਬ ਨੇ ਜਦੋਂ ਪੂਰਾ ਰਿਸਪੌਂਸ ਵੀ ਆਇਆ ਟੀਮ ਦਾ, ਤੇ ਉਹ ਸਮਾਨ ਸਾਡਾ ਜ਼ਰੂਰ ਵਾਪਸ ਕਰ ਗਏ ਨੇ। ਉਹ ਫੁਟੇਜ ਸਾਰੀ ਉਹ ਡਿਲੀਟ ਕਰ ਗਏ ਨੇ ਜਿਹੜੀ ਅਸੀਂ ਉੱਥੇ ਮੌਕੇ ਤੇ ਸ਼ੂਟ ਕਰ ਲਈ ਸੀਗੀ। ਤੇ ਉਹਦੇ ਬਾਰੇ ਪੁੱਛਿਆ ਮੈਂ ਕਿਹਾ ਜੀ ਹੁਣ ਇਹਨਾਂ ਤੇ ਮਤਲਬ ਉਹਨੂੰ ਵੀ ਪੁੱਛਿਆ ਮੇਰੇ ਬੰਦਿਆਂ ਨੂੰ, ਮੈਂ ਕਿਹਾ ਤੁਸੀਂ ਦੱਸੋ ਜੀ ਕੀ ਹੋਣਾ ਚਾਹੀਦਾ। ਤੁਸੀਂ ਫੋਨ, ਸਾਨੂੰ ਸਬੂਤ ਹੈ ਸਾਡੇ ਕੋਲ ਜਿਸ 'ਚ ਕਹਿ ਰਹੇ ਹੋ ਅਸੀਂ ਡਿਲੀਟ ਨਹੀਂ ਕਰਾਂਗੇ, ਤੁਸੀਂ ਡਿਲੀਟ ਕਰ ਦਿੱਤੀ ਹੈ।
ਤੇ ਦੁਬਾਰਾ ਉਹਨਾਂ ਨੂੰ ਇਸ ਗੱਲ ਦਾ ਖਤਰਾ ਸੀਗਾ ਵੀ ਸੱਚ ਕਿਤੇ ਲੋਕਾਂ ਸਾਹਮਣੇ ਨਾ ਆ ਜਾਵੇ ਵੀ ਜਿਹੜੇ ਕਿ ਅਸੀਂ ਕਾਲੀਆਂ ਭੇਡਾਂ ਸੈੱਟ ਕੀਤੀਆਂ ਹੋਈਆਂ ਨੇ ਪ੍ਰਸ਼ਾਸਨ ਦੇ ਵਿੱਚ, ਸਿਸਟਮ ਦੇ ਵਿੱਚ, ਤੇ ਉਹ ਕਿਤੇ ਭੇਡਾਂ ਨੇ ਸਾਨੂੰ ਬਚਾਉਣਾ ਨਹੀਂ, ਫਿਰ ਫਸਾਂਗੇ। ਲੇਕਿਨ ਪੈਸਾ ਤਾਂ ਲੋਕਾਂ ਦੇ ਡੁੱਬਣਾ। ਹਾਂ ਬਿਲਕੁਲ, ਪਰ ਲੋਕਾਂ ਨਾਲ ਮੈਂ ਤਾਂ ਹੈਰਾਨ ਸੀਗਾ। ਤੁਸੀਂ ਵੀ ਮੌਕਾ ਦੇਖ ਕੇ ਆਏ ਹੋ, ਨਵਾਂ ਹਿੱਸਾ ਬਣਦਾ ਪਿਆ ਅਮਰ ਐਨਕਲੇਵ ਦਾ। ਪੁਰਾਣੇ 'ਚ ਲੋਕ ਰਹਿ ਰਹੇ ਨੇ, ਦੁਕਾਨਾਂ ਲੋਕਾਂ ਦੀਆਂ ਲੱਖਾਂ ਕਰੋੜਾਂ ਦੇ ਬਿਜ਼ਨਸ ਸ਼ੁਰੂ ਕੀਤੇ ਹੋਏ ਨੇ। ਜੇ ਕੱਲ ਨੂੰ ਖੁਦਾ ਨਾ ਖਾਸਤਾ ਰੱਬ ਨਾ ਕਰੇ ਕਾਨੂੰਨਾਂ ਨੂੰ ਗਲਤ ਸਾਬਤ ਹੋਏ ਪਏ ਨੇ, ਹਲੇ ਉਹ ਬਚਾਉਣ ਲੱਗੇ ਹੋਏ ਨੇ, ਪਨਾਹ ਲੈ ਰਹੇ ਨੇ, ਸ਼ੈਲਟਰ ਲੈ ਰਹੇ ਨੇ। ਜੇ ਕਿਤੇ ਕੋਈ ਇਮਾਨਦਾਰ ਅਫਸਰ ਆ ਗਏ, ਕੋਈ ਹਾਈ ਕੋਰਟ ਦਾ ਕੋਈ ਨਿਆਂ ਪਸੰਦ ਜੱਜ ਹੋਇਆ, ਜੇ ਉਹਨੇ ਆਰਡਰ ਕਰਤੇ ਵੀ ਇਹਨੂੰ ਡਿਮੋਲਿਸ਼ ਕਰੋ, ਤੇ ਉਹ ਲੋਕ ਕਿੱਥੇ ਜਾਣਗੇ? ਮੈਂ ਤਾਂ ਇਸ ਚੀਜ਼ ਦਾ ਬੜਾ ਖਦਸ਼ਾ ਹੈ। ਤੇ ਦੁਬਾਰਾ ਜਦੋਂ ਮੈਂ DIG ਸਾਹਿਬ ਦੀ ਨੌਲੇਜ 'ਚ ਮਾਮਲਾ ਆਇਆ ਕਿ ਫੁਟੇਜ ਉਹਨਾਂ ਨੇ ਡਿਲੀਟ ਕਰਤੀ ਹੈ, ਜਦ ਕਿ ਪ੍ਰੂਫ ਵੀ ਹੈਗਾ ਸਾਡੇ ਕੋਲ ਕਿ ਆਪਣਾ ਡਿਲੀਟ ਨਹੀਂ ਕਰਾਂਗੇ, ਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਪੂਰਾ ਇਨਸਾਫ ਮਿਲੇਗਾ। ਭਰੋਸਾ ਦਿੱਤਾ ਹੈ DIG ਸਾਹਿਬ ਨੇ। SSP ਮੋਹਾਲੀ ਕੋਲ ਇੱਕ ਸਾਡੀ ਦਰਖਾਸਤ ਪਈ ਹੈ ਨਵੀਂ ਬਾਬਤ ਡਿਲੀਟ ਕਰਨ ਸੰਬੰਧੀ, ਤੇ ਉਹਦੇ ਬਾਰੇ ਜੋ ਕੱਲ ਤੱਕ ਮੇਰੇ ਕੋਲ ਅਪਡੇਟ ਸੀ, ਮੈਨੂੰ SSP ਦੇ ਸਟਾਫ ਵੱਲੋਂ ਕਿਹਾ ਗਿਆ ਕਿ ਸੀਨੀਅਰ ਅਫਸਰ ਨੂੰ ਕਿਸੇ ਨੂੰ, ਖੁਦ ਮੈਨੂੰ ਜਿਹੜੇ ਸੰਦੀਪ ਗਰਗ ਨੇ SSP ਮੋਹਾਲੀ, ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਜਿਹੜੇ ਸੀਨੀਅਰ ਅਫਸਰ ਨੂੰ ਕਿਸੇ ਨੂੰ ਇਨਕੁਆਇਰੀ ਮਾਰਕ ਕਰਨਗੇ ਤਾਂ ਬਿਲਕੁਲ ਨੀਟ ਐਂਡ ਕਲੀਨ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਾਰਵਾਈ ਹੋਵੇਗੀ। ਤਾਂ ਇਹ ਸੀ ਪੱਤਰਕਾਰ ਸਾਹਿਬ ਦਾ ਪੱਖ। ਖੈਰ ਅਸੀਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਦਰਖਾਸਤ MC ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਜਾਂ MC ਆਫਿਸ ਵੱਲੋਂ ਜ਼ੀਰਕਪੁਰ ਦੇ ਕੀਤੀ ਗਈ ਹੈ ਪੁਲਿਸ ਦੇ ਵਿੱਚ, ਅਸੀਂ ਉਸ ਬਾਬਤ ਪੱਖ ਲੈਣ ਜ਼ੀਰਕਪੁਰ ਥਾਣੇ ਵੀ ਪਹੁੰਚੇ ਤੇ IO ਸਾਹਿਬ ਨੇ ਕੀ ਕੁਝ ਕਿਹਾ ਹੈ, ਤੁਸੀਂ ਇੱਕ ਵਾਰ ਉਹ ਵੀ ਜ਼ਰੂਰ ਸੁਣੋ। ਸਰ, ਤੁਹਾਡੇ ਕੋਲ ਇੱਕ ਦਰਖਾਸਤ ਆਈ ਸੀ MC ਜ਼ੀਰਕਪੁਰ ਦੇ ਅਧਿਕਾਰੀਆਂ ਵੱਲੋਂ 23 ਦਸੰਬਰ ਨੂੰ ਵੀ ਕੁਝ ਮਾਰਕੁੱਟ ਹੋਈ ਹੈ, ਉਹਨਾਂ ਦੀ ਗੱਡੀ ਸੀ, ਸ਼ਾਇਦ ਸਰਕਾਰੀ ਸੀ, ਉਹਨੂੰ ਬੰਦਕ ਬਣਾਇਆ ਤੇ ਉਹਨਾਂ ਦਾ ਸਮਾਨ ਵੀ ਚੋਰੀ ਕੀਤਾ, ਸਰਕਾਰੀ ਫਾਈਲਾਂ। ਕੀ ਕੰਪਲੇਂਟ ਸੀ ਤੇ ਕਿੱਥੇ ਤੱਕ ਹੁਣ ਸਰ ਉਹਦੀ ਪੜਤਾਲ ਪਹੁੰਚੀ ਹੈ? ਹਾਂਜੀ, ਇਹ ਦਰਖਾਸਤ ਆਈ ਸੀ ਸਾਡੇ ਕੋਲ 23 ਤਰੀਕ ਨੂੰ। ਅਸੀਂ ਗਏ ਸੀ ਮੌਕੇ ਤੇ ਅਸੀਂ ਦੇਖਿਆ ਸੀ ਆਪਸ ਵਿੱਚ ਇਹਨਾਂ ਦਾ ਝਗੜਾ ਹੁੰਦਾ ਸੀ। ਉੱਥੇ ਨਵੀਂ ਬਿਲਡਿੰਗ ਬਣ ਰਹੀ ਹੈ ਤੇ ਉਹਦੇ ਸੰਬੰਧ 'ਚ ਅਸੀਂ ਦੋਨੇ ਪਾਰਟੀਆਂ ਬੁਲਾਈਆਂ ਹੋਈਆਂ ਨੇ, ਪੜਤਾਲ ਚੱਲ ਰਹੀ ਹੈ, ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਤਾਂ ਇਹ ਸੀ MC ਆਫਿਸ ਜ਼ੀਰਕਪੁਰ ਵੱਲੋਂ ਦਿੱਤੀ ਦਰਖਾਸਤ ਤੇ ਪੁਲਿਸ ਦਾ ਪੱਖ। ਹੁਣ ਸਵਾਲ ਕਈ ਨੇ, ਹੁਣ ਕਾਗਜ਼ ਇਹ ਵੀ ਕਹਿੰਦੇ ਨੇ ਬਈ ਆਕ੍ਰਿਤੀ ਕੰਪਲੈਕਸ ਤੇ ਅਮਰ ਐਨਕਲੇਵ ਦੇ ਜਿਹੜੇ ਨਕਸ਼ੇ ਨੇ ਉਹਨਾਂ ਉੱਤੇ ਸਾਬਕਾ EO ਜ਼ੀਰਕਪੁਰ ਗਿਰੀਸ਼ ਵਰਮਾ ਜੀ ਦੇ ਸਾਈਨ ਹੋਏ ਨੇ। ਜੀ ਹਾਂ, ਇਹ ਉਹੀ ਗਿਰੀਸ਼ ਵਰਮਾ ਜੀ ਨੇ ਜੋ ਵਿਜੀਲੈਂਸ ਦੀ ਰਡਾਰ ਤੇ ਨੇ ਤੇ ਇਨਕੁਆਇਰੀ ਚਲਦੀ ਪਈ ਹੈ। ਤੇ ਕੀ ਗਿਰੀਸ਼ ਵਰਮਾ ਜੀ ਦੀ ਜਿਹੜੀ ਇਨਕੁਆਇਰੀ ਹੈ ਉਸ ਦੀ ਇੱਕ ਕੜੀ ਆਕ੍ਰਿਤੀ ਕੰਪਲੈਕਸ ਜਾਂ ਫਿਰ ਅਮਰ ਐਨਕਲੇਵ ਦੇ ਰਾਹੀਂ ਹੋ ਕੇ ਵੀ ਨਿਕਲਦੀ ਹੈ, ਇਹ ਪੜਤਾਲ ਦਾ ਵਿਸ਼ਾ ਹੈ। ਪਰ ਸਵਾਲ ਇਹ ਵੀ ਹੈ ਵੀ ਅੱਜ ਵੀ ਇਹ ਅਧਿਕਾਰੀ ਕਾਰਵਾਈ ਕਰਨ ਤੋਂ ਕਿਉਂ ਡਰ ਰਹੇ ਨੇ? ਹਾਲਾਂਕਿ ਇਹਨਾਂ ਨੂੰ ਹੁਣ ਇੰਸਪੈਕਸ਼ਨ ਦੀ ਜਗ੍ਹਾ ਉਦੋਂ ਕਾਰਵਾਈ ਕਰਨੀ ਚਾਹੀਦੀ ਸੀ ਜਦੋਂ ਨਕਸ਼ਿਆਂ ਤੋਂ ਉਲਟ ਜਾ ਕੇ ਉੱਥੇ ਕੰਸਟਰਕਸ਼ਨ ਕੀਤੀ ਜਾ ਰਹੀ ਸੀ, ਜਦੋਂ ਨੀਂਹ ਪੱਥਰ ਰੱਖੇ ਜਾ ਰਹੇ ਸੀ, ਜਦੋਂ ਜਾਲੀ ਐਗਰੀਮੈਂਟ ਬਣਾ ਕੇ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਸੀ। ਖੈਰ ਇਹ ਕਹਿ ਸਕਦੇ ਨੇ ਸਾਨੂੰ ਉਦੋਂ ਪਤਾ ਨਹੀਂ ਲੱਗਿਆ, ਪਰ ਹੁਣ ਜਦੋਂ RTI ਦੇ ਮਾਧਿਅਮ ਦੇ ਨਾਲ, RTI ਐਕਟ ਦਾ ਬੜਾ ਧੰਨਵਾਦ ਹੈ ਜਿਸ ਕਰਕੇ ਕਿ ਸਹੀ ਜਾਣਕਾਰੀ ਲੋਕਾਂ ਸਾਹਮਣੇ ਆ ਸਕੀ ਹੈ। ਪਰ ਹੁਣ ਜਦੋਂ RTI ਦੇ ਮਾਧਿਅਮ ਦੇ ਨਾਲ ਇਹ ਪਤਾ ਲੱਗਿਆ ਹੈ ਵੀ ਉਹ ਐਗਰੀਮੈਂਟ ਜਿਹੜੇ ਸੀ ਉਹ ਫਰਜ਼ੀ ਸੀ, ਫਰਜ਼ੀਵਾੜਾ ਕੀਤਾ ਗਿਆ ਹੈ, ਧੋਖਾ ਕੀਤਾ ਗਿਆ ਸਰਕਾਰ ਦੇ ਨਾਲ, ਤਾਂ ਫਿਰ ਵੀ ਕੀ ਮਜਬੂਰੀ ਹੈ ਅਧਿਕਾਰੀਆਂ ਦੀ ਕਿ ਕੋਈ ਕਾਰਵਾਈ ਨਹੀਂ ਕਰ ਰਹੇ, ਚੁੱਪ ਵੱਟ ਕੇ ਕਿਉਂ ਬੈਠੇ ਨੇ? EO ਸਰਦਾਰ ਰਵਨੀਤ ਸਿੰਘ ਜੀ ਨੂੰ ਵੀ ਜਦੋਂ ਅਸੀਂ ਇਸ ਬਾਬਤ ਕੋਸ਼ਿਸ਼ ਕੀਤੀ ਗੱਲ ਕਰਨ ਦੀ, ਉਹਨਾਂ ਨੇ ਸਿੱਧਾ ਹੀ ਪੱਲਾ ਝਾੜਿਆ। ਉਹਨਾਂ ਨੇ ਕਿਹਾ ਵੀ SDO ਸਾਹਿਬ ਨਾਲ ਗੱਲ ਕਰੋ, ਮੇਰੇ ਨਾਲ ਮੈਂ ਇਸ ਬਾਰੇ ਨਹੀਂ ਗੱਲ ਕਰਨੀ, ਬਾਕੀ ਦਰਖਾਸਤ ਬਾਰੇ ਤੁਸੀਂ ਪੁਲਿਸ ਦਾ ਜਵਾਬ ਲਓ। ਪਰ EO ਸਾਹਿਬ ਤੁਹਾਡੀ ਕੁਰਸੀ ਤੇ ਜਿਹੜੇ ਪਹਿਲਾਂ EO ਸੀ ਉਹਨਾਂ ਦੇ ਸਾਈਨ ਹੋਏ ਨੇ, ਉਹਨਾਂ ਦੇ ਦਸਤਖਤ ਹੋਏ ਨੇ ਆਕ੍ਰਿਤੀ ਕੰਪਲੈਕਸ ਦੇ ਨਕਸ਼ੇ ਤੇ ਵੀ ਤੇ ਨਾਲ ਹੀ ਅਮਰ ਐਨਕਲੇਵ ਦੇ ਨਕਸ਼ੇ ਤੇ ਵੀ। ਤੇ ਘੱਟੋ ਘੱਟ ਉਸ ਕੁਰਸੀ ਤੇ ਤੁਸੀਂ ਬੈਠੇ ਹੋ, ਕੁਰਸੀ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਜਵਾਬਦੇਹੀ ਵੀ ਬਣਦੀ ਹੈ। ਖੈਰ ਹੁਣ ਜਦੋਂ RTI ਦੇ ਮਾਧਿਅਮ ਨਾਲ ਪਤਾ ਲੱਗਿਆ ਹੈ ਕਿ ਹੁਣ ਵੀ ਕਾਰਵਾਈ ਹੋਏਗੀ ਇਹਨਾਂ ਦੇ ਖਿਲਾਫ ਜਾਂ ਫਿਰ ਕੁਝ ਕਾਲੀਆਂ ਭੇਡਾਂ ਐਸੇ ਲੋਕਾਂ ਨੂੰ ਸ਼ੈਲਟਰ ਕਰਦੀਆਂ ਰਹਿਣਗੀਆਂ, ਇਹ ਸਮਾਂ ਦੱਸੇਗਾ। ਨਾਲ ਇੱਕ ਗੱਲ ਹੋਰ, ਜਿਵੇਂ ਅਮਰ ਐਨਕਲੇਵ ਤੇ ਆਕ੍ਰਿਤੀ ਕੰਪਲੈਕਸ ਦੇ ਵਿੱਚ ਫਰਜ਼ੀਵਾੜਾ ਕੀਤਾ ਗਿਆ, ਯਾਨੀ ਫਰਜ਼ੀ ਐਫੀਡੇਵਿਟ ਲਾਏ ਗਏ ਨੇ, ਧੋਖਾ ਦਿੱਤਾ ਗਿਆ ਹੈ, ਇਹਨਾਂ ਦੀ ਮੈਨੇਜਮੈਂਟ ਨੂੰ ਇੱਕ ਅਪੀਲ ਜ਼ਰੂਰ ਹੈ ਕਿ ਹੋਰਾਈਜ਼ਨ ਬੈਲਮੌਂਟ ਪ੍ਰੋਜੈਕਟ ਦੇ ਕਾਗਜ਼ ਵੀ ਚੈੱਕ ਕਰ ਲਿਓ, ਕਿਤੇ ਐ ਨਾ ਹੋਵੇ ਉੱਥੇ ਵੀ ਕੋਈ 19-21 ਕੀਤੀ ਹੋਵੇ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਜਾਂ ਸਰਕਾਰ ਨੂੰ ਪਤਾ ਲੱਗੇ ਵੀ ਇੱਥੇ ਵੀ ਇਹ ਸਾਨੂੰ ਚੂਨਾ ਲਗਾ ਗਏ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।